ਅਸੀਂ ਪ੍ਰਭੂ ਦਾ ਧੰਨਵਾਦ ਕਰਦੇ ਹਾਂ ਜਿਸ ਸੁੰਦਰ ਅੱਛੇ ਸਮੇਂ ਦੇ ਲਈ ਕਿ ਪ੍ਰਭੂ ਅੱਜ ਇੱਕ ਵਾਰ ਫੇਰ ਸਾਨੂੰ ਆਪਣੇ ਕਦਮਾਂ ਦੇ ਵਿੱਚ ਲੈ ਕੇ ਆਏ ਨੇ। ਪ੍ਰਭੂ ਦਾ ਧੰਨਵਾਦ ਹੋ। ਪਰ ਸ਼ਾਮ ਨੂੰ ਅਸੀਂ ਪਰਮੇਸ਼ਰ ਦੇ ਵਚਨਾਂ ਤੋਂ ਸਿੱਖ ਰਹੇ ਸੀ ਆਪਣੇ ਪਰ ਫੇਰ ਪਰਮੇਸ਼ਰ ਨੇ ਇਹ ਸਮਾਂ ਸਾਨੂੰ ਦੇ ਦਿੱਤਾ ਕਿ ਅਸੀਂ ਇੱਕ ਵਾਰ ਫੇਰ ਪ੍ਰਭੂ ਦੇ ਵਚਨਾਂ ਨੂੰ ਸੁਣ ਸਕੀਏ, ਸਿੱਖ ਸਕੀਏ, ਸਮਝ ਸਕੀਏ। तो सब तो पहले मैं एक सवाल पूछना चाहूँगा, मेरी आवाज सारे हमारी पीछे तक? हाँ जी जी। तो आइए फिर एक वचन पढ़ते हैं, बड़ा ही मशहूर वचन, मत्ती दी इंजील 11 अध्याय ओदा 28 वचन। मत्ती दी इंजील 11 अध्याय 28 वचन। अपने मोबाइल फोन थोड़ी देर के लिए ना बंद कर लीजिए। हे सब परिश्रम करने वालों और बोझ से दबे हुए लोगों, मेरे पास आओ, मैं तुम्हें विश्राम दूंगा। पंजाबी से पढ़ दिए। हे सारे थके होयो अते पार हेठ दबे होयो, मेरे को लाओ ਤਾਂ मैं ਤੁਹਾਨੂੰ ਆਰਾਮ ਦਿਆਂਗਾ। ਹਾਂ, ਅਸੀਂ ਦੇਖਦੇ ਹਾਂ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਇਹ ਬੜਾ ਮਸ਼ਹੂਰ ਇੱਕ ਵਚਨ ਹੈ, हे सब ਭਾਰ ਹੇਠ ਦਬਿਓ ਮੇਰੇ ਕੋਲ ਆਓ ਮੈਂ ਤੁਹਾਨੂੰ ਕੀ ਦੇਵਾਂਗਾ? ਆਰਾਮ। तो मैं चाहांगा एक बार ਤੁਸੀਂ ਇਹਦਾ ਫੇਰ ਇਸ ਵਚਨ ਨੂੰ ਪੜ੍ਹੀਏ। ਮੱਤੀ ਦੀ ਇੰਜੀਲ 11 ਬਾਬ ਉਹਦਾ 28 ਵਚਨ। हे ਸਾਰੇ ਥਕੇ ਹੋਇਓ ਅਤੇ ਪਾਰ ਹੇਠ ਦਬੇ ਹੋਇਓ, ਮੇਰੇ ਕੋਲ ਆਓ ਤਾਂ ਮੈਂ ਤੁਹਾਨੂੰ ਆਰਾਮ ਦਿਆਂਗਾ। ਇਹ ਸਭ ਥੱਕੇ ਹੋਇਓ ਤੇ ਭਾਰ ਹੇਠ ਦੱਬੇ ਹੋਇਓ, ਮੇਰੇ ਕੋਲ ਆਓ ਤੇ ਮੈਂ ਤੁਹਾਨੂੰ ਕੀ ਦਿਆਂਗਾ? ਆਰਾਮ। ਇੱਥੇ ਦੋ ਗੱਲਾਂ ਨੇ। ਨੰਬਰ 1 ਤੇ ਪਹਿਲਾ ਹੈ ਕਿ ਪ੍ਰਭੂ ਯਿਸੂ ਮਸੀਹ ਦੇ ਕੋਲ ਆਉਣਾ, ਉਸ ਤੋਂ ਬਾਅਦ ਆਰਾਮ ਦੀ ਗੱਲ ਕੀਤੀ ਗਈ ਹੈ। ਇਸ ਚੀਜ਼ ਨੂੰ ਸਮਝਣਾ। ਪਹਿਲਾਂ ਕਿਸ ਚੀਜ਼ ਦੀ ਗੱਲ ਕੀਤੀ ਗਈ ਹੈ ਜੀ? ਹਾਂਜੀ, ਪਹਿਲਾਂ ਉਹਦੇ ਕੋਲ ਆਉਣਾ ਤੇ ਉਸ ਤੋਂ ਬਾਅਦ ਕੀ ਕੀਤੀ ਗਈ ਹੈ? ਪਰ ਅੱਜ ਦੁਨੀਆ ਦੀ ਸੋਚ ਕੀ ਆ ਕਿ ਆਉਣਾ ਆਣਾ ਨਹੀਂ ਹੈ, ਅਸੀਂ ਸਾਨੂੰ ਕੀ ਚਾਹੀਦਾ? ਅੱਜ ਅਸੀਂ ਪ੍ਰਭੂ ਯਿਸੂ ਮਸੀਹ ਦੇ ਕੋਲ ਆਉਣਾ ਹੀ ਵੇਖਣਾ ਚਾਹੁੰਦੇ ਹਾਂ ਕਿ ਉਹਦੇ ਕੋਲ ਆਉਣਾ ਕਿਸ ਤਰ੍ਹਾਂ ਹੈ, ਕਿਸ ਤਰ੍ਹਾਂ ਇੱਕ ਇਨਸਾਨ ਨੇ ਉਹਦੇ ਕਰੀਬ ਆਉਣਾ, ਕਿਸ ਤਰ੍ਹਾਂ ਇੱਕ ਇਨਸਾਨ ਨੇ ਉਹਦੇ ਨਜ਼ਦੀਕ ਆਉਣਾ ਹੈ। ਤੇ ਇਹ ਜਿਹੜੇ ਆਰਾਮ ਨੂੰ ਅਸੀਂ ਸੋਚਦੇ ਨਾ ਸੰਸਾਰਿਕ ਔਰ ਸਰੀਰਕ, ਇਹ ਸੰਸਾਰਿਕ ਸਰੀਰਕ ਆਰਾਮ ਨਹੀਂ ਆ, ਇਹ ਉਹ ਸਦਾ ਦਾ ਆਰਾਮ ਹੈ ਜਿਹੜਾ ਸਵਰਗ ਦੇ ਵਿੱਚ ਸਾਨੂੰ ਦੇਣ ਦਾ ਉਹਨੇ ਕੀ ਕੀਤਾ ਹੋਇਆ। ਇਸ ਕਰਕੇ ਮੇਰੇ ਪਿਆਰਿਓ, ਅੱਜ ਅਸੀਂ ਸਿੱਖਣਾ ਔਰ ਸਮਝਣਾ ਆ ਇਹ ਆਇਤ ਦਾ ਅਸਲੀ ਮਤਲਬ ਕੀ ਆ। ਸਮਾਂ ਬਹੁਤ ਜ਼ਿਆਦਾ ਇਹਦੇ ਵਾਸਤੇ ਚਾਹੀਦਾ, ਪਰ ਅਸੀਂ ਕੋਸ਼ਿਸ਼ ਕਰਾਂਗੇ ਕਿ ਅੱਜ ਜੇਕਰ ਪ੍ਰਭੂ ਨੇ ਸਮਾਂ ਦਿੱਤਾ ਕਿ ਅਸੀਂ ਆਉਣਾ ਹੀ ਕੀ ਕਰ ਲਈਏ, ਸਮਝ ਲਈਏ। तो आइए देखते हैं कि सब तो पहला प्रभु यीशु मसीह को आना क्यों है ते किस तरह आना है। पढ़ते हैं जी कूच की किताब 3 बाब कूच 3 अध्याय ਉਹਦਾ 4 और 5 वचन पढ़िए। ਜਾਂ ਯਹੋਵਾ ਨੇ ਵੇਖਿਆ, ਸਮਾਂ ਬਚਾਉਣ ਵਾਸਤੇ ਨਹੀਂ ਪੰਜਾਬੀ ਚ ਪੜ੍ਹਦੇ। ਜਾਂ ਯਹੋਵਾ ਨੇ ਵੇਖਿਆ ਕਿ ਉਹ ਵੇਖਣ ਨੂੰ ਇੱਕ ਪਾਸੇ ਨੂੰ ਮੁੜਿਆ, ਹਾਂ, ਤਾਂ ਪਰਮੇਸ਼ਰ ਨੇ ਉਸ ਝਾੜੀ ਦੇ ਵਿੱਚੋਂ, ਇਹ ਪਹਿਲੀ ਵਾਰ ਹੈ ਜਦੋਂ ਪਰਮੇਸ਼ਰ ਨੇ ਮੂਸਾ ਨੂੰ ਆਪਣੇ ਕੋਲ ਬੁਲਾਇਆ, ਔਰ ਮੂਸਾ ਨੂੰ ਬੁਲਾਇਆ ਤੇ ਬੁਲਾਉਣ ਦੇ ਨਾਲ ਹੀ ਪਰਮੇਸ਼ਰ ਨੇ ਇੱਕ ਸ਼ਰਤ ਵੀ ਰੱਖੀ ਹੈ। ਪੜ੍ਹੀਏ ਜੀ। ਜਾਂ ਯਹੋਵਾ ਨੇ ਵੇਖਿਆ ਕਿ ਉਹ ਵੇਖਣ ਨੂੰ ਇੱਕ ਪਾਸੇ ਨੂੰ ਮੁੜਿਆ, ਹਾਂ, ਤਾਂ ਪਰਮੇਸ਼ਰ ਨੇ ਉਸ ਝਾੜੀ ਦੇ ਵਿੱਚੋਂ ਪੁਕਾਰ ਕੇ ਉਸ ਨੂੰ ਆਖਿਆ, ਏ ਮੂਸਾ, ਏ ਮੂਸਾ। ਤਾਂ ਉਸ ਆਖਿਆ, ਮੈਂ ਹਾਜ਼ਰ ਹਾਂ। ਹਾਂ। ਫਿਰ ਉਸ ਆਖਿਆ, ਇਧਰ ਨੇੜੇ ਕੀ ਆ। ਕਹਿੰਦਾ ਮੂਸਾ ਕਿੱਥੇ ਆ? ਅੱਜ ਪਰਮੇਸ਼ਰ ਮੂਸਾ ਨੂੰ ਕੀ ਕਰ ਰਿਹਾ ਆਪਣੇ ਕੋਲ? ਕਹਿੰਦਾ ਤੂੰ ਆ ਜਾ ਮੇਰੇ ਕੋਲ। ਉਹੀ ਗੱਲ ਇੱਥੇ ਮੱਤੀ 11 ਦੀ 28 ਚ ਲਿਖੀ ਹੋਈ ਆ, हे ਸਭ ਭਾਰ ਹੇਠ ਦਬਿਓ ਕੀ ਕਰੋ। ਪਰ ਹੁਣ ਇੱਥੇ ਥੋੜਾ ਜਿਹਾ ਪਰਮੇਸ਼ਰ ਸਾਨੂੰ ਉਹਦੇ ਨੇੜੇ ਆਉਣ ਦਾ ਤਰੀਕਾ ਦੱਸੇਗਾ। ਮੂਸਾ ਨੂੰ ਕੀ ਕਿਹਾ ਜੀ? ਬੋਲੋ ਸਰ। ਥੋੜਾ ਸਮਾਂ ਆਪਣਾ ਬੈਠਣਾ, 11 ਵਜੇ ਤੱਕ ਅਸੀਂ ਬੈਠਣਾ ਆ, ਪਰ ਮੈਂ ਚਾਹੁੰਦਾ ਇਹ ਥੋੜਾ ਹੀ ਸਮਾਂ ਅਸੀਂ ਆਤਮਾ ਦੇ ਵਿੱਚ ਸਫੁਰਤੀ ਔਰ ਤਾਜ਼ਗੀ ਦੇ ਵਿੱਚ ਇਸ ਜਗ੍ਹਾ ਤੇ, ਤਾਂ ਕਿ ਪਰਮੇਸ਼ਰ ਅੱਜ ਸਾਡੇ ਨਾਲ ਕੀ ਕਰੇ, ਆਪਣੇ ਵਚਨਾਂ ਦੁਆਰੇ ਬੋਲੇ ਔਰ ਗੱਲਬਾਤ ਕਰੇ। ਮੂਸਾ ਨੂੰ ਪ੍ਰਭੂ ਕੀ ਕਰ ਰਹੇ ਨੇ? ਆਵਾਜ਼ ਦੇ ਰਹੇ, ਕਹਿੰਦਾ ਮੂਸਾ ਕੀ ਕਰੋ, ਇੱਧਰ ਆਓ। ਹਾਂ, ਫਿਰ ਉਸ ਆਖਿਆ, ਇਧਰ ਨੇੜੇ ਆ। ਨੇੜੇ ਆ। ਹਾਂ, ਨੇੜੇ ਨਾ ਆ।
ਹਾਂ ਆਪਣੇ ਪੈਰਾਂ ਤੋਂ ਜੁੱਤੀ ਲਾ ਦੇ। ਆਉਣ ਲੱਗਾ ਪਰ ਕਹਿੰਦਾ ਇਸ ਤਰ੍ਹਾਂ ਹਾਂ। ਦੁਬਾਰਾ ਪੜੋ ਯਾਰ, ਚੰਗੀ ਤਰ੍ਹਾਂ ਪੜੋ। ਹਾਂਜੀ। ਜਾਂ ਯਹੋਵਾ ਨੇ ਵੇਖਿਆ ਕਿ ਉਹ ਵੇਖਣ ਨੂੰ ਇੱਕ ਪਾਸੇ ਨੂੰ ਮੁੜਿਆ, ਹਾਂ। ਤਾਂ ਪਰਮੇਸ਼ਰ ਨੇ ਉਸ ਝਾੜੀ ਦੇ ਵਿੱਚੋਂ ਪੁਕਾਰ ਕੇ ਉਸ ਨੂੰ ਆਖਿਆ, ਏ ਮੂਸਾ, ਹੇ ਮੂਸਾ। ਤਾਂ ਉਸ ਆਖਿਆ, ਮੈਂ ਹਾਜ਼ਰ ਹਾਂ। ਫਿਰ ਉਸ ਆਖਿਆ, ਇਧਰ ਨੇੜੇ ਨਾ ਆ, ਹਾਂ। ਆਪਣੇ ਪੈਰਾਂ ਤੋਂ ਜੁੱਤੀ ਲਾ ਦੇ। ਆਵਾਜ਼ ਦਿੱਤੀ ਹੈ, ਹੇ ਮੂਸਾ, ਹੇ ਮੂਸਾ। ਤੇ ਮੂਸਾ ਕੀ ਕਰਨ ਲੱਗ ਪਿਆ ਜੀ? ਜਿਸ ਤਰ੍ਹਾਂ ਦਾ ਸੀ ਉਸੇ ਤਰ੍ਹਾਂ ਕੀ ਕਰਨ ਲੱਗ ਗਿਆ? ਹੋਰ ਪਿਆ ਤੈਨੂੰ ਕਹਿੰਦਾ ਨਹੀਂ, ਇਹਦਾ ਨਹੀਂ ਇਸ ਤਰ੍ਹਾਂ ਨਹੀਂ। ਤੈਨੂੰ ਕੀ ਕਰਨਾ ਪੈਣਾ? ਪਹਿਲੇ ਆਪਣੇ ਪੈਰਾਂ ਦੀ ਜੁੱਤੀ ਉਤਾਰ ਕੇ ਤੇ ਫੇਰ ਮੇਰੇ ਕੋਲ ਕੀ ਕਰਨਾ ਪੈਣਾ ਹੈ? ਆਉਣਾ ਪੈਣਾ ਹੈ। ਹੁਣ ਪੈਰਾਂ ਦੀ ਜੁੱਤੀ ਕੀ ਹੈ? ਅਸੀਂ ਵੀ ਨਾਰਮਲੀ ਹੁਣ ਜਦੋਂ ਇੱਥੇ ਆਏ ਆ ਸਭਨਾਂ ਨੇ ਆਪਣੀ ਜੁੱਤੀਆਂ ਕੀ ਕੀਤੀਆਂ ਨੇ? ਬਾਹਰ ਉਤਾਰ ਦਿੱਤੀਆਂ ਨੇ। ਪਰ ਅਸਲ 'ਚ ਮੂਸਾ ਨੂੰ ਕਿਹੜੀ ਜੁੱਤੀ ਉਤਾਰਨ ਲਈ ਕਹਿ ਰਿਹਾ? ਸਾਨੂੰ ਵੀ ਉਹ ਕਿਹੜੀ ਜੁੱਤੀ ਉਤਾਰਨ ਲਈ ਕਹਿ ਰਿਹਾ? ਹੁਣ ਜੇਕਰ ਤੁਸੀਂ ਨਾਰਮਲੀ ਸੋਚੋ ਔਰ ਵੇਖੋ ਕਿ ਤੁਸੀਂ ਜਦੋਂ ਇਸ ਸੰਸਾਰ 'ਚ ਚੱਲਦੇ ਹੋ, ਇਸ ਧਰਤੀ ਦੀ ਗੰਦਗੀ ਤੋਂ ਤੁਹਾਨੂੰ ਬਚਾਉਣ ਦੇ ਲਈ ਕਿ ਤੁਹਾਡਾ ਇਸ ਸੰਸਾਰ ਦੇ ਨਾਲ, ਇਸ ਧਰਤੀ ਦੇ ਨਾਲ, ਇਸ ਗੰਦੇ ਵਾਤਾਵਰਣ ਦੇ ਨਾਲ ਸੰਪਰਕ ਨਾ ਹੋਵੇ, ਤੁਹਾਡੇ ਪੈਰਾਂ ਦੇ ਥੱਲੇ ਇੱਕ ਕੀ ਚੀਜ਼ ਹੈ? ਇੱਕ ਦੋਨਾਂ ਧਿਰਾਂ ਨੂੰ ਅਲੱਗ ਕਰਨ ਵਾਲੀ ਇੱਕ ਚੀਜ਼, ਉਹਨੂੰ ਕਹਿੰਦੇ ਜੁੱਤੀ। ਉਹਦੇ ਨਾਲ ਕੀ ਨਹੀਂ ਹੁੰਦਾ? ਤੁਹਾਡੇ ਪੈਰਾਂ ਤੇ ਗੰਦਗੀ ਨਹੀਂ ਲੱਗਦੀ। ਤੁਸੀਂ ਆਪਣੀ ਜੁੱਤੀ ਲੈ ਕੇ ਆਪਣੇ ਬੈੱਡ ਤੇ ਨਹੀਂ ਚੜ ਸਕਦੇ। ਉਹਨੂੰ ਕੀ ਕਰਨਾ ਪਵੇਗਾ ਕਿ ਇਹਦੇ ਨਾਲ ਗੰਦਗੀ ਕਿੱਥੇ ਆਵੇਗੀ? ਇਸੇ ਤਰ੍ਹਾਂ ਇਹ ਹੁਣ ਜੁੱਤੀ ਕੀ ਹੈ? ਜੇ ਸਰੀਰਕ ਤੌਰ ਤੇ ਇਸ ਹਿਸਾਬ ਕਿਤਾਬ ਦੇ ਵਿੱਚ ਇਹ ਜੁੱਤੀ ਗੰਦਗੀ ਦਾ ਪ੍ਰਤੀਕ ਹੈ, ਗੰਦਗੀ ਨੂੰ ਲਿਆਉਣ ਦਾ ਪ੍ਰਤੀਕ ਹੈ, ਜਾਂ ਇਸ ਸੰਸਾਰ ਤੇ ਚੱਲਣ ਦਾ ਪ੍ਰਤੀਕ ਹੈ, ਤੇ ਆਤਮਿਕ ਤੌਰ ਤੇ ਅਸੀਂ ਕਿਸ ਸੋਚ ਦੇ ਨਾਲ ਚੱਲ ਰਹੇ ਹਾਂ? ਆਤਮਿਕ ਤੌਰ ਤੇ ਅਸੀਂ ਕਿਸ ਵਿਚਾਰਧਾਰਾ ਦੇ ਨਾਲ ਚੱਲ ਰਹੇ ਹਾਂ? ਇਸ ਸੰਸਾਰ 'ਚ ਕਿਸ ਤਰ੍ਹਾਂ ਚੱਲ ਰਹੇ ਹਾਂ? ਉਹ ਆ ਸਾਡੀ ਇਹ ਸੋਚ, ਸਾਡੀ ਮੈਂਟੈਲਿਟੀ। ਕਿ ਆਪਣੀ ਸੋਚ ਨੂੰ, ਆਪਣੀ ਸੰਸਾਰਿਕ ਸੋਚ ਨੂੰ, ਆਪਣੀ ਦੁਨਿਆਵੀ ਸੋਚ ਨੂੰ ਪਿੱਛੇ ਛੱਡ ਕੇ ਆਵੀਂ। ਸਮਝਾਈਏ ਜੀ? ਜੇ ਪ੍ਰਭੂ ਕੋਲ ਆਉਣਾ ਆ ਤੇ ਇਹ ਵਾਲੀ ਜੁੱਤੀ ਤੇ ਉਤਾਰਨੀ ਆ, ਆਪਣੀ ਸੋਚ ਸਮਝ ਵਾਲੀ ਜੁੱਤੀ ਵੀ ਕੀ ਕਰਨੀ ਆ? ਇਹ ਹੁਣ ਉਹ ਜਗ੍ਹਾ ਆ, ਮੂਸਾ ਹੁਣ ਉਸ ਜਗ੍ਹਾ ਤੇ ਪਹੁੰਚ ਗਿਆ ਆ ਜਿੱਥੇ ਮੂਸਾ ਦੀ ਕੋਈ ਵੀ ਆਪਣੀ ਮਰਜ਼ੀ ਕੀ ਨਹੀਂ ਹੋਣੀ। ਇੱਥੇ ਹੁਣ ਜਿੰਨੇ ਬੁਲਾਇਆ ਆ ਉਹਦੀ ਮਰਜ਼ੀ ਹੀ ਕੀ ਹੋਵੇਗੀ? ਅੱਜ ਸਾਡੇ ਜੀਵਨਾਂ 'ਚ ਮੁਸ਼ਕਲ ਕੀ ਆ? ਸਭ ਤੋਂ ਵੱਡੀ ਸਮੱਸਿਆ ਇਹੀ ਹੈ, ਜਦੋਂ ਸਾਡੀ ਮਰਜ਼ੀ ਪੂਰੀ ਨਹੀਂ ਹੁੰਦੀ, ਫਿਰ ਸਾਡੇ ਜੀਆਂ ਨੂੰ, ਸਾਡੇ ਮਨਾਂ ਨੂੰ ਕੀ ਨਹੀਂ ਆਉਂਦਾ? ਆਰਾਮ ਨਹੀਂ ਆਉਂਦਾ। ਉਹ ਕਹਿੰਦਾ ਤੁਸੀਂ ਮੇਰੇ ਕੋਲ ਆਓ, ਮੈਂ ਤੁਹਾਨੂੰ ਕੀ ਦਿਆਂਗਾ? ਆਰਾਮ ਉਦੋਂ ਹੀ ਮਿਲਣੇ ਨੇ ਜਦੋਂ ਅਸੀਂ ਪਰਮੇਸ਼ਰ ਦੀ ਮਰਜ਼ੀ ਦੇ ਵਿੱਚ ਬਣੇ ਰਵਾਂਗੇ। ਜਦੋਂ ਪਰਮੇਸ਼ਰ ਦੀ ਮਰਜ਼ੀ ਤੇ ਸਾਡੀ ਮਰਜ਼ੀ ਦੋਵੇਂ ਆਪਸ ਵਿੱਚ ਭਿੜਨਗੀਆਂ, ਕਦੇ ਵੀ ਅਸੀਂ ਕੀ ਨਹੀਂ ਕਰ ਸਕਦੇ। ਇਸ ਕਰਕੇ ਮੇਰੇ ਪਿਆਰਿਓ, ਸਭ ਤੋਂ ਪਹਿਲਾਂ ਚਰਚ ਜਾਂ ਇੱਕ ਕਲੀਸਿਆ ਉਹ ਜਗ੍ਹਾ ਆ ਜਿੱਥੇ ਰਾਜਾ ਪ੍ਰਭੂ ਯਿਸੂ ਮਸੀਹ ਆ, ਜਿੱਥੇ ਮਰਜ਼ੀ ਕਿਹਦੀ ਚੱਲਣੀ ਆ। ਜੇ ਤੁਹਾਨੂੰ ਇੱਥੇ ਆਰਾਮ ਚਾਹੀਦਾ, ਆਰਾਮ ਦੇਵੇਗਾ। ਜੇ ਤੁਹਾਨੂੰ ਇੱਥੇ ਤੰਦਰੁਸਤੀ ਚਾਹੀਦੀ, ਉਹ ਦੇਵੇਗਾ। ਜਿੰਨੀ ਕਿ ਚਾਹੀਦੀ ਉਹ ਦੇਵੇਗਾ। ਜਿੰਨਾ ਕਿ ਤੁਹਾਨੂੰ ਤੁਹਾਡੀ ਜੇਬ 'ਚ ਭਾਰ ਚਾਹੀਦਾ, ਉਹ ਕੀ ਕਰੇਗਾ? ਦੇਵੇਗਾ। ਪਰ ਯਾਦ ਰੱਖ ਲਓ, ਸਾਡੀਆਂ ਮਰਜ਼ੀਆਂ ਕੀ ਨਹੀਂ ਹੋਣੀਆਂ। ਤੁਸੀਂ ਇੱਕ ਗੱਲ ਨੂੰ ਯਾਦ, ਤੁਸੀਂ ਦੇਖਿਆ ਹੋਵੇਗਾ, ਮੂਸਾ ਇੱਕ ਬੜਾ ਵਿਦਵਾਨ ਇਨਸਾਨ ਸੀ, ਪੜ੍ਹਿਆ ਲਿਖਿਆ ਵਿਦਵਾਨ ਇਨਸਾਨ ਸੀ, ਔਰ ਇਹ ਆਰਕੀਟੈਕਟ ਸੀ, ਇੰਜੀਨੀਅਰਿੰਗ ਵੀ ਕੀਤੀ ਸੀ, ਯੁੱਧ ਵਿਦਿਆ ਵੀ ਸਿੱਖੀ ਸੀ। ਲਿਖਿਆ ਸਾਰੀ ਮਿਸਰ ਦੀ ਕੀ ਸਿਖਾਈ ਗਈ ਉਹਨੂੰ, ਯੁੱਧ ਵੀ ਲੜੇ ਸੀ, ਔਰ ਮਿਸਰ ਨੂੰ ਬਣਾਉਣ ਦੇ ਵਿੱਚ ਇਹਨੇ ਬੜਾ ਵੱਡਾ ਇੱਕ ਯੋਗਦਾਨ ਸੀ। ਔਰ ਇੱਕ ਦਿਨ ਪਰਮੇਸ਼ਰ ਨੇ ਇਹਨੂੰ ਸਨਈ ਦੇ ਪਹਾੜ ਦੇ ਉੱਪਰ ਬੁਲਾਇਆ, ਔਰ ਇਹਨੂੰ ਪਰਮੇਸ਼ਰ ਇਹਦੇ ਨਾਲ ਸਲਾਹ ਕਰ ਰਿਹਾ, ਮੂਸਾ ਇੱਕ ਤੰਬੂ ਬਣਾਉਣਾ ਹੈ। ਕੀ ਬਣਾਉਣਾ ਜੀ? ਤੇ ਮੂਸਾ ਨੂੰ ਯਾਦ ਆ ਗਈ, ਤੰਬੂ ਮੈਂ ਤੇ ਵੱਡੇ ਵੱਡੇ ਕੀ ਬਣਾਏ ਨੇ, ਮਹਿਲ ਬਣਾਏ ਨੇ, ਮੈਂ ਤੇ ਵੱਡੇ ਵੱਡੇ ਸ਼ਹਿਰ ਉਸਾਰੇ ਨੇ, ਤੇ ਤੰਬੂ ਬਣਾਉਣਾ ਕੋਈ ਮੇਰੇ ਵਾਸਤੇ ਕੋਈ ਵੱਡੀ। ਤੇ ਜਦੋਂ ਪ੍ਰਭੂ ਨੇ ਕਿਹਾ, ਪ੍ਰਭੂ ਕੀ ਮੂਸਾ ਨੂੰ ਪ੍ਰਭੂ ਨੇ ਕਿਹਾ ਕੀ ਬਣਾਉਣਾ ਜੀ? ਤੰਬੂ ਬਣਾਉਣਾ। ਤਾਂ ਮੂਸਾ ਕਿਸ ਤਰ੍ਹਾਂ ਬਹਿ ਗਿਆ ਹੋਏਗਾ? ਕੋਈ ਗੱਲ ਨਹੀਂ, ਬਣ ਜਾਂਦਾ ਜੀ, ਵਧੀਆ ਬਣਾ ਕੇ ਦਊਂਗਾ। ਕੀ ਕਹਿੰਦਾ ਹੋਏਗਾ ਜੀ? ਵਧੀਆ ਬਣਾ। ਪ੍ਰਭੂ ਨੇ ਬੈਠ ਜਾ, ਤੇਰੀ ਨੌਲੇਜ ਦੀ, ਤੇਰੀ ਸੋਚ ਦੀ ਮੈਨੂੰ ਜ਼ਰੂਰਤ ਨਹੀਂ।
जो मैं कहांगा ना उस अनुसार की करना है। मूसा कहता है कैसा प्रभु आ, एक पासे मैनू की दित्ती सारी, एक पासे मैनू टैलेंट दिता, एक पासे मैनू इन्ना ज्यादा समझ दी, अज कहता अपनी समझ ते की ना करी। प्रभु ने इथों तक कि ਉਹਦੇ ਰੱਸੇ ਤੇ ਉਹਦੇ ਕੁੰਡਿਆਂ ਦਾ ਕੀ ਸਾਈਜ਼ ਹੋਣਾ ਚਾਹੀਦਾ ਸਾਰਾ ਆਪ ਦੱਸਿਆ। ਤੇ ਬਾਰ-ਬਾਰ ਲੇਵੀਆਂ ਜਦੋਂ ਤੁਸੀਂ ਪੜ੍ਹਦੇ, ਬਾਰ-ਬਾਰ ਜਦੋਂ ਉਹਨੂੰ ਬਣਾਉਣ ਦੀ ਆਗਿਆ ਦਿੱਤੀ ਗਈ ਆ, ਇਹੀ ਚੇਤਾਵਨੀ ਦਿੱਤੀ ਗਈ ਉਸੇ ਨਕਸ਼ੇ ਦੇ ਅਨੁਸਾਰ ਕਰੀ ਜਿਹੜਾ ਤੈਨੂੰ ਕਿਤੇ ਦਿੱਤਾ ਗਿਆ ਸੀ, ਵਿੱਚ ਕੋਈ ਵੀ ਆਪਣੀ ਮਰਜ਼ੀ ਨਾ ਕਰੀ। ਅੱਜ ਅਸੀਂ ਕਿਹੜੀ ਜੁੱਤੀ ਪਾ ਕੇ ਆ ਗਏ? ਅੱਜ ਅਸੀਂ ਪ੍ਰਭੂ ਕੋਲ ਆ ਤੇ ਗਏ ਆ, ਪਰ ਕਿਹੜੀ ਜੁੱਤੀ ਪਾਈ ਅਸੀਂ ਸੋਚਦੇ ਸਾਡੀ ਮਰਜ਼ੀ ਕੀ ਹੋ ਜਾਵੇ, ਸਾਡੀ ਬਿਮਾਰੀਆਂ ਠੀਕ ਹੋ ਜਾਣ, ਸਾਡੇ ਘਰ ਦੀ ਸਿਸਟਮ ਠੀਕ ਹੋ ਜਾਏ, ਸਾਡੇ ਘਰ ਦਾ ਕਲੇਸ਼ ਠੀਕ ਹੋ ਜਾਵੇ, ਸਾਡਾ ਫਾਈਨੈਂਸ਼ੀਅਲ ਸਿਸਟਮ ਕੀ ਹੋ ਜਾਵੇ। ਪ੍ਰਭੂ ਕਹਿੰਦਾ ਇਹਨਾਂ ਚੀਜ਼ਾਂ ਦੀ ਚਿੰਤਾ ਨਾ ਕਰ, ਇਹਨਾਂ ਚੀਜ਼ਾਂ ਦੀ ਚਿੰਤਾ ਨਾ ਕਰ। ਜਿੱਥੇ ਤੂੰ ਆ ਗਿਆ ਆ ਇਹ ਐਸਾ ਰਾਜ ਆ, ਇਸ ਰਾਜ ਦੀ ਤਸਵੀਰ ਕੀ ਹੈ, ਇਸ ਰਾਜ ਦਾ ਕੰਮ ਕੀ ਆ। ਮਸੀਹ ਦਾ ਰਾਜ ਖਾਣਾ ਪੀਣਾ ਨਹੀਂ ਬਲਕਿ ਆਤਮਾ ਦੀ ਸ਼ਾਂਤੀ ਤੇ ਕੀ ਆ। ਇਹਦੇ ਵਿੱਚ ਖਾਣਾ ਪੀਣੇ ਬਾਰੇ ਸੋਚਣ ਦੀ ਲੋੜ ਨਹੀਂ ਆ, ਇਹਨਾਂ ਚੀਜ਼ਾਂ ਤੇ ਇਹ ਜ਼ਿਆਦਾ ਜ਼ੋਰ ਨਹੀਂ ਦਿੰਦਾ। ਇਹ ਆਤਮਾ ਦੀ ਸ਼ਾਂਤੀ ਤੇ ਆਨੰਦ ਤੇ ਕੀ ਦਿੰਦਾ ਹੈ। ਹੁਣ ਆਤਮਾ ਦੀ ਸ਼ਾਂਤੀ ਤੇ ਆਨੰਦ ਕੀ ਹੈ? ਮੌਤ ਸਰੀਰ ਦੀ ਹੁੰਦੀ ਆ, ਆਤਮਾ ਦੀ ਕੀ ਨਹੀਂ ਹੁੰਦੀ ਕਦੀ। ਤੇ ਬਾਈਬਲ ਦੇ ਵਿੱਚ ਇੱਕ ਦੋ ਗੱਲਾਂ ਦੱਸ ਕੇ ਸਾਡੇ ਅੰਦਰ ਇੱਕ ਖੌਫ ਪੈਦਾ ਕੀਤਾ ਗਿਆ ਕਿ ਆਤਮਿਕ ਮੌਤ ਜਾਂ ਆਤਮਿਕ ਪੀੜਾ ਹੁੰਦੀ ਕੀ ਆ। ਧਨੀ ਤੇ ਲਾਜ਼ਰ ਬਾਰੇ ਤੁਸੀਂ ਸਭ ਨੇ ਪੜਿਆ। ਉਹ ਲਾਜ਼ਰ ਦੀ ਅਵਸਥਾ ਕੀ ਸੀ? ਲਾਜ਼ਰ ਕਹਿੰਦਾ ਮੈਂ ਇੱਥੇ ਸੜਦਾ ਕਲਪਦਾ ਤੇ ਇੱਕ ਬੂੰਦ ਪਾਣੀ ਲਈ ਕੀ ਕਰ ਰਿਹਾ। ਹੋਇਆ ਆਤਮਾ 'ਚ ਦੁਖੀ ਹੋਣਾ। ਉਹ ਉੱਥੇ ਆਤਮਾ 'ਚ ਕੀ ਕਰ ਰਿਹਾ ਸੀ? ਹਾਲਾਂਕਿ ਸਰੀਰ ਉਹਦੇ ਕਿੱਥੇ ਰਹਿ ਗਏ? ਇੱਥੇ ਰਹਿ ਕੇ ਦਬਨਾ ਦਿੱਤੇ ਗਏ ਜਾਂ ਜ਼ਿਲਾ ਦਿੱਤੇ ਗਏ, ਕੁਝ ਵੀ ਕਰ ਦਿੱਤਾ ਗਿਆ। ਸਰੀਰਾਂ ਦਾ ਕੋਈ ਮਤਲਬ ਨਹੀਂ। ਇਸ ਕਰਕੇ ਮੇਰੇ ਪਿਆਰਿਓ, ਇਹ ਜਿਹੜਾ ਰਾਜ ਆ, ਇਹਦੇ ਵਿੱਚ ਜੇਕਰ ਤੁਸੀਂ ਕਿਸੇ ਸਰੀਰਕ ਆਸ਼ੀਸ਼ ਦੀ ਜੁੱਤੀ ਪਹਿਨ ਕੇ ਆ ਰਹੇ ਹੋ, ਕਿਸੇ ਸਰੀਰਕ ਬਰਕਤ ਦੀ ਜੁੱਤੀ ਪਹਿਨ ਕੇ ਆ ਰਹੇ ਹੋ, ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸੰਸਾਰਿਕ ਮਾਨਸਿਕਤਾ ਜਾਂ ਸੰਸਾਰਿਕ ਸੋਚ ਦੀ ਜੁੱਤੀ ਪਾ ਕੇ ਆ ਰਹੇ ਹੋ, ਪਰਮੇਸ਼ਰ ਕਹਿੰਦਾ ਤੂੰ ਫਿਰ ਕੀ ਕਰ? ਆਪਣੀ ਜੁੱਤੀ ਲਾ ਕੇ, ਜੁੱਤੀ ਲਾਏਗਾ ਤੇ ਆਏਗਾ, ਜੇ ਨਹੀਂ ਲਾਉਣੀ ਤਾਂ ਉੱਥੋਂ ਕੀ ਹੋ ਜਾ? ਵਾਪਸ ਹੋ ਜਾ। ਹਾਲੇਲੂਇਆ। ਸਖਤ ਹੈ ਤਾਂ ਪਰ ਸਚਾਈ ਹੈ। ਕੀ ਕਰਨੀ ਪੈਣੀ ਹੈ ਜੀ? ਇੱਥੇ ਆ ਗਏ ਹੋ, ਆ ਕੇ ਬਸ ਹੁਣ ਇਹੀ ਕਹੋ ਪ੍ਰਭੂ ਮੇਰੀ ਨਹੀਂ ਬਲਕਿ ਕਿਹਦੀ ਮਰਜ਼ੀ ਪੂਰੀ ਹੋਵੇ। ਜ਼ਬੂਰ 2 ਉਹਦਾ 12 ਵਚਨ ਪੜ੍ਹੀ ਹੈ। ਜ਼ਬੂਰ 2 ਅਧਿਆਏ 12 ਵਚਨ ਪੜ੍ਹੀ। ਪੁੱਤਰ ਨੂੰ ਚੁੰਮੋ ਅਤੇ ਉਹ ਕ੍ਰੋਧ ਵਿੱਚ ਆਵੇ। ਹਾਂ ਅਤੇ ਤੁਸੀਂ ਰਾਹ ਵਿੱਚ ਹੀ ਨਾਸ ਹੋ ਜਾਓ। ਹਾਂ, ਕਹਿੰਦਾ ਪੁੱਤਰ ਨੂੰ ਚੁੰਮੋ ਮਤੇ ਉਹ ਕੀ ਆਵੇ ਤੇ ਤੁਸੀਂ ਕੀ ਹੋ ਜਾਵੋ? ਪੁੱਤਰ ਕੌਣ ਹੈ? ਉਹ ਪ੍ਰਭੂ ਯਿਸੂ। ਉਹਨੂੰ ਚੁੰਮਣ ਦਾ ਮਤਲਬ, ਉਹਨੂੰ ਚੁੰਮਣ ਦਾ ਮਤਲਬ ਉਹਨੂੰ ਆਪਣਾ ਰਾਜਾ ਕੀ ਕਰ ਲਓ, ਕਬੂਲ ਕਰ ਲਓ। ਹੁਣ ਤੋਂ ਅੱਜ ਤੋਂ ਉਹ ਕੀ ਹੈ ਤੁਹਾਡਾ ਤੇ ਮਰਜ਼ੀ ਕਿਹਦੀ ਚੱਲਦੀ ਹੈ? ਹੁਣ ਤੁਸੀਂ ਦੱਸੋ, ਤੁਸੀਂ ਇਸ ਰਾਜ ਦੇ ਲਈ ਵੋਟਾਂ ਪਾ ਦਿੱਤੀਆਂ ਸੀ ਨਾ, ਹੁਣ ਤੁਹਾਡੀ ਮਰਜ਼ੀ ਚੱਲਦੀ? ਮਰਜ਼ੀ ਕਿਹਦੀ ਚੱਲ ਰਹੀ ਹੈ? ਜਿਹੜਾ ਹਾਕਮ ਉੱਤੇ ਥਾਪ ਦਿੱਤਾ ਗਿਆ। ਤੇ ਕਈ ਵਿਚਾਰੇ ਹੁਣ ਆਪਣੀ ਮਰਜ਼ੀ ਨੂੰ ਪੂਰਾ ਕਰਾਉਣ ਦੀ ਜਿਹੜੀ ਉਹਨਾਂ ਨੂੰ ਚੰਗੀ ਨਹੀਂ ਲੱਗੀ, ਸ਼ੰਭੂ ਬਾਰਡਰ ਤੇ ਬੈਠੇ, ਕਦੀ ਕਿਤੇ ਬੈਠੇ ਕਿ ਕੀ ਨਹੀਂ ਸਾਨੂੰ ਇਹ ਕੀ ਨਹੀਂ ਤੇਰੀ। ਚਲੋ ਉਹ ਤੇ ਇਸ ਸੰਸਾਰ ਦੇ ਹਾਕਮਾਂ ਦੀ ਮਰਜ਼ੀ ਤੇ ਕਿਸੇ ਪਾਲਿਸੀ ਦੇ ਤਹਿਤ ਹੋਏਗੀ ਜਾਂ ਆਪਣੇ ਲਾਲਚ ਦੇ ਕਰਕੇ ਹੋਏਗੀ, ਪਰ ਉਹ ਜਿਹੜਾ ਹਾਕਮ ਹੈ ਨਾ, ਉਹ ਜਿਹੜਾ ਰਾਜਿਆਂ ਦਾ ਰਾਜਾ ਆ, ਉਹਦੀ ਸਾਰੀ ਮਰਜ਼ੀ ਸਾਡੀ ਭਲਾਈ ਦੇ ਲਈ ਹੀ ਹੁੰਦੀ ਆ। ਉਹਦੇ ਸਾਡਾ ਕੋਈ ਵੀ ਕੀ ਨਹੀਂ ਹੁੰਦਾ। ਇਸ ਕਰਕੇ ਇਹਨਾਂ ਨੂੰ ਉਹਨੂੰ ਚੁੰਮਣ ਦਾ ਮਤਲਬ ਉਹਨੂੰ ਆਪਣਾ ਰਾਜਾ ਕਬੂਲ ਕਰ ਲਓ। ਤੇ ਜੇ ਉਹ ਰਾਜਾ ਆ ਤੇ ਫਿਰ ਸਾਰੀ ਮਰਜ਼ੀ ਹੀ ਕਿਹਦੀ ਚੱਲੇਗੀ? ਉਹਦੀ ਮਰਜ਼ੀ ਹੀ ਪੂਰੀ ਹੋਵੇਗੀ। ਉਹ ਰਾਜਾ ਤਾਂ ਹੀ ਆ ਕਿਉਂਕਿ ਉਹ ਰਾਜਾ ਬਣਨ ਦੇ ਕੀ ਆ? ਲਾਇਕ ਹੈ। ਉਹ ਰਾਜਾ ਤਾਂ ਹੀ ਆ ਕਿਉਂਕਿ ਉਹ ਸ਼ਾਸਨ ਕਰਨ ਦੇ ਕੀ ਆ? ਲਾਇਕ ਆ। ਉਹ ਰਾਜਾ ਤਾਂ ਹੀ ਆ ਉਹ ਸਭ ਕੁਝ ਕੰਟਰੋਲ ਕਰਨ ਦੇ ਕੀ ਆ? ਯੋਗ ਆ। ਐਵੇਂ ਰਾਜਗੱਦੀ ਕੀ ਨਹੀਂ ਦਿੱਤੀ ਗਈ ਉਹਨੂੰ, ਤੇ ਤੁਸੀਂ ਉਹਨੂੰ ਐਵੇਂ ਮਾੜਾ ਮੋਟਾ ਨਾ ਸਮਝੋ ਕਿ ਜੋ ਅਸੀਂ ਸੋਚਦੇ ਉਹਨੂੰ ਪਤਾ ਨਹੀਂ ਆ। ਉਹ ਕਹਿੰਦਾ ਤੁਸੀਂ ਕੀ ਸੋਚਦੇ ਹੋ, ਮੈਂ ਤੁਹਾਡੇ ਮੰਗਣ ਤੋਂ। ਇਸ ਕਰਕੇ ਹੁਣ ਇਹ ਰਾਜ ਕੀ ਆ? ਇਸ ਜਗ੍ਹਾ ਤੇ ਆਉਣਾ ਕੀ ਆ? ਜਦੋਂ ਤੁਸੀਂ ਇੱਥੇ ਆ ਗਏ ਫਿਰ ਤੁਸੀਂ ਆਪਣੀਆਂ ਟੈਨਸ਼ਨਾਂ ਸਭ ਪਿੱਛੇ ਛੱਡ ਆਓ।
ਜਦੋਂ ਤੁਸੀਂ ਇੱਥੇ ਆ ਗਏ ਆਪਣੀ ਸਭ ਸੋਚ ਵਿਚਾਰ ਆਪਣੀਆਂ ਜ਼ਰੂਰਤਾਂ ਚਿੰਤਾ ਦੀ ਉਹ ਜੁੱਤੀ ਕਿੱਥੇ ਲਾਓ? ਕਲੀਸਿਆ ਚ ਆਉਣਾ ਇੱਕ ਸਵਰਗ ਚ ਆਉਣ ਦੇ ਸਮਾਨ ਆ। ਸਵਰਗ ਬਾਅਦ ਚ, ਪਹਿਲਾਂ ਕਲੀਸਿਆ ਹੀ ਸਵਰਗ ਆ। ਇੱਥੇ ਆ ਕੇ ਵੀ ਜੇ ਤੁਸੀਂ ਆਪਣੀ ਸੰਸਾਰਿਕ ਮਾਨਸਿਕਤਾ ਨਾਲ ਜੂਝਦੇ ਰਹੇ, ਸੰਸਾਰਿਕ ਗੱਲਾਂ ਦੇ ਨਾਲ ਜੂਝਦੇ ਰਹੇ, ਸੰਸਾਰਿਕ ਚੀਜ਼ਾਂ ਦੀ ਚਿੰਤਾ ਕਰਦੇ ਰਹੇ, ਤੇ ਫਿਰ ਤੁਸੀਂ ਸਵਰਗ ਦਾ ਕਦੇ ਵੀ ਅਨੁਭਵ ਕਰ ਨਹੀਂ ਸਕਦੇ। ਜਿਹੜਾ ਇੱਕ ਕਲੀਸਿਆ ਦੇ ਵਿੱਚ ਪ੍ਰਵੇਸ਼ ਕਰ ਗਿਆ, ਜਿਹੜਾ ਪਰਮੇਸ਼ਰ ਦੇ ਕਦਮਾਂ 'ਚ ਬੈਠ ਗਿਆ, ਮਾਨੋ ਕਿੱਥੇ ਬੈਠ ਗਿਆ ਆ, ਉਹ ਸਵਰਗ 'ਚ ਬੈਠ ਗਿਆ। ਤੇ ਸਵਰਗ 'ਚ ਚਿੰਤਾ ਹੈਗੀ ਜੀ, ਕਿਤੇ ਨਾ ਉੱਥੇ ਭੁੱਖ ਨਾ ਪਿਆਸ ਨਾ ਕਿਸੇ ਤਰ੍ਹਾਂ ਦੀ ਕੋਈ ਵੀ ਕੀ ਹੈ। ਤੇ ਇਹ ਸਭ ਤਜਰਬਾ ਕਿੱਥੇ ਹੋਣਾ ਆ? ਇੱਥੇ ਹੀ ਹੋਣਾ। ਪਰ ਅੱਜ ਤਜਰਬਾ ਹੋ ਕਿਉਂ ਨਹੀਂ ਰਿਹਾ? ਕਿਉਂਕਿ ਅਸੀਂ ਜੁੱਤੀ ਪਾ ਕੇ ਬੈਠੇ। ਅਸੀਂ ਕੀ ਕਰਕੇ ਬੈਠੇ ਆ? ਉਹ ਜੁੱਤੀ ਫਿਰ ਸਾਨੂੰ ਤੰਗ ਕਰਦੀ, ਉਹ ਗੰਦਗੀ ਫਿਰ ਜਿਸ ਗੰਦਗੀ ਤੇ ਬੈਠੇ ਆ, ਉਹ ਗੰਦਗੀ ਸਾਨੂੰ ਕੀ ਕਰਦੀ ਹੈ? ਪ੍ਰਭੂ ਪਰਮੇਸ਼ਰ ਨੇ ਜਦੋਂ ਇਸਰਾਏਲੀਆਂ ਨੂੰ ਇਹ ਕਿਹਾ ਕਿ ਤੁਸੀਂ ਕਨਾਨ 'ਚ ਜਾਣਾ, ਤੇ ਉੱਥੇ ਕਨਾਨ 'ਚ ਜਾ ਕੇ ਸਾਰਿਆਂ ਨੂੰ ਕੀ ਕਰ ਦੇਣਾ? ਉੱਥੋਂ ਬਾਹਰ ਕੱਢ ਦੇਣਾ, ਕਿਸੇ ਨੂੰ ਵੀ ਉੱਥੇ ਕੀ ਨਹੀਂ ਕਰਨ ਦੇਣਾ। ਉਹਨਾਂ ਵੱਡਿਆਂ ਨੂੰ ਕੱਢ ਦਿੱਤਾ, ਤੇ ਛੋਟੇ ਵਿਚਾਰੇ ਕਬੀਲਿਆਂ ਨੂੰ ਕੀ ਨਹੀਂ ਕੀਤਾ ਉੱਥੋਂ? ਵੀ ਚਲੋ ਇਹਨਾਂ ਨੂੰ ਕਿਸੇ ਨੂੰ ਪਾਣੀ ਭਰਨ ਦੇ ਲਾ ਦਾਂਗੇ, ਕਿਸੇ ਨੂੰ ਲੱਕੜਾਂ ਵਢਾਉਣ ਦੇ ਲਾ ਦਾਂਗੇ, ਉਹ ਵੀ ਲੱਗ ਗਏ। ਪਰ ਬਾਅਦ ਚ ਉਹਨਾਂ ਨੂੰ ਕੀ ਕੀਤਾ? ਦੁਖੀ ਕੀਤਾ। ਪਰਮੇਸ਼ਰ ਨੇ ਕਿਹਾ ਸੀ, ਕਹਿੰਦਾ ਜੇਕਰ ਤੁਸੀਂ ਉਹਨਾਂ ਨੂੰ ਆਪਣੇ ਅੱਖਾਂ ਤੋਂ ਨਾ ਕੱਢੋਗੇ, ਉਹ ਤੁਹਾਡੀਆਂ ਅੱਖਾਂ ਦੇ ਲਈ ਤਿਲ ਔਰ ਤੁਹਾਡੀ ਪਸਲੀਆਂ ਦੇ ਵੀ ਕੀ ਸਾਬਤ ਹੋਣਗੇ। ਅੱਜ ਜੇਕਰ ਤੁਸੀਂ ਆਪਣੇ ਜੀਵਨਾਂ 'ਚ ਛੋਟੀਆਂ ਗਲਤੀਆਂ ਨੂੰ ਨਹੀਂ ਬਾਹਰ ਕੱਢੋਗੇ, ਇਹ ਛੋਟੇ ਹੁਕਮਾਂ ਨੂੰ ਨਾ ਮੰਨੋਗੇ, ਜੇ ਇਹ ਪਰਮੇਸ਼ਰ ਦੀ ਮਰਜ਼ੀ ਦੇ ਅਨੁਸਾਰ ਨਾ ਚੱਲੋਗੇ, ਤੁਸੀਂ ਇਸ ਸਵਰਗੀ ਸਥਾਨਾਂ 'ਚ ਵੀ ਦੁਖੀ ਹੋਵੋਗੇ। ਅੱਜ ਕਿਉਂ ਦੁਖੀ ਤੇ ਪਰੇਸ਼ਾਨ ਹੈ? ਅਸੀਂ ਪਰਮੇਸ਼ਰ ਦੀ ਮਰਜ਼ੀ ਦੇ ਨਾਲ ਉਹਦੇ ਕੋਲ ਕੀ ਨਹੀਂ ਕਰ ਰਹੇ? ਆ ਨਹੀਂ ਰਹੇ। ਉਹ ਕਹਿੰਦਾ ਆਓ ਇਹ ਸਭ ਭਾਰ ਦੱਬੇ ਕੀ ਕਰੋ, ਮੈਂ ਤੁਹਾਨੂੰ ਕੀ ਦਵਾਂਗਾ। ਇਹ ਨਹੀਂ ਕਿ ਜੋ ਤੁਸੀਂ ਸੋਚ ਕੇ ਆਏ ਹੋ ਪਰਮੇਸ਼ਰ ਉਹ ਕਰ ਦੇਗਾ। ਯਾਦ ਰੱਖਿਓ, ਬਾਹਰ ਜਦ ਤੱਕ ਅਸੀਂ ਪਰਮੇਸ਼ਰ ਦੇ ਹਜ਼ੂਰ ਤੋਂ ਬਾਹਰ ਹਾਂ, ਜਦ ਤੱਕ ਅਸੀਂ ਇਸ ਪਰਮੇਸ਼ਰ ਦੇ ਰਾਜ ਇਸ ਕਲੀਸਿਆ ਤੋਂ ਬਾਹਰ ਹਾਂ, ਸਾਡੀ ਕਈ ਤਰ੍ਹਾਂ ਦੀ ਸੋਚ ਹੋਵੇਗੀ। ਮੇਰੇ ਜੀਵਨ ਚ ਆ ਹੋ ਜਾਏ, ਮੇਰੇ ਸਿਸਟਮ ਚ ਆ ਜਾਵੇ, ਇਹ ਮੈਨੂੰ ਮਿਲ ਜਾਵੇ, ਆ ਸਭ ਮੇਰੇ ਲਈ ਹੋ ਜਾਵੇ। ਇਹ ਸੋਚ ਲੈ ਕੇ ਜਦੋਂ ਤੁਸੀਂ ਆਓਗੇ, ਪਰ ਜੇਕਰ ਇਹ ਸੋਚ ਨੂੰ ਬਾਹਰ ਉਤਾਰ ਕੇ ਆਓਗੇ, ਇੱਥੇ ਆਉਂਦਿਆਂ ਹੀ ਪਰਮੇਸ਼ਰ ਤੁਹਾਡੀ ਸੋਚ ਨੂੰ ਹੀ ਬਦਲ ਦੇਵੇਗਾ। ਤੁਹਾਡੀ ਸੋਚ ਸੰਸਾਰਿਕ ਸੋਚ ਨਹੀਂ ਰਹੇਗੀ। ਫਿਰ ਤੁਹਾਡਾ ਖਿਆਲ ਉਧਰ ਨਹੀਂ, ਤੁਹਾਡਾ ਖਿਆਲ ਉਧਰ ਸਵਰਗ ਦੇ ਵੱਲ ਲੱਗਾ ਰਹੇਗਾ। ਤੁਹਾਡੀਆਂ ਲੋੜਾਂ ਜ਼ਰੂਰਤਾਂ ਬਦਲ ਜਾਣਗੀਆਂ, ਤੁਹਾਡੀਆਂ ਖੁਆਇਸ਼ਾਂ ਕੀ ਹੋ ਜਾਣਗੀਆਂ। ਪਰ ਇੱਕ ਵਾਰ ਤੁਹਾਨੂੰ ਜੁੱਤੀ ਲਾ ਕੇ ਆਉਣ ਦੀ ਜ਼ਰੂਰਤ ਹੈ। ਉਹਨਾਂ ਨੂੰ ਪਿੱਛੇ ਛੱਡੋ। ਇਸ ਰਾਜੇ ਨੂੰ ਜਦੋਂ ਆ ਕੇ ਤੁਸੀਂ ਉਹਨੂੰ ਆਪਣੇ ਰਾਜੇ ਦੇ ਤੌਰ ਤੇ ਉਹਨੂੰ ਚੁੰਮਦੇ ਹੋ, ਆਪਣਾ ਰਾਜਾ ਕਬੂਲ ਕਰਦੇ ਹੋ, ਫਿਰ ਦੇਖੋ ਰਾਜਾ ਕੈਸਾ ਆ। ਉਹ ਦੁਨੀਆ ਦੇ ਰਾਜੇ ਝੂਠੇ ਨੇ, ਦੁਨੀਆ ਦੇ ਰਾਜੇ ਲਾਲਚੀ ਨੇ, ਉਹ ਰਾਜਾ ਰਾਸਤਬਾਜ਼ੀ ਨਾਲ ਕੀ ਕਰਦਾ ਆ। ਉਹਨੂੰ ਕਦੀ ਆਪਣਾ ਰਾਜਾ ਤੇ ਮੰਨ ਕੇ ਦੇਖੋ। ਉਹ ਰਾਜਾ ਫਿਰ ਕਿੱਥੇ ਆ ਜਾਂਦਾ ਹੈ? ਸਾਡੇ ਘਰਾਂ 'ਚ, ਸਾਡੇ ਦਿਲਾਂ ਦੇ ਵਿੱਚ। ਤੁਸੀਂ ਜਿੱਥੇ ਵੀ ਜਾਓਗੇ ਰਾਜਾ ਕੀ ਹੋਏਗਾ? ਤੁਹਾਡੇ ਉਹਦੀ ਸੁਰੱਖਿਆ ਤੁਹਾਡੇ ਨਾਲ ਹੋਵੇ। ਇਸ ਕਰਕੇ ਜੇਕਰ ਬੋਝਾਂ ਤੋਂ ਆਜ਼ਾਦ ਹੋਣਾ ਚਾਹੁੰਦੇ ਹੋ, ਤੇ ਉਹਨੂੰ ਆਪਣਾ ਕੀ ਮੰਨਣਾ ਪਵੇਗਾ। ਇਹ ਨਹੀਂ ਕਿ ਸਾਰੀਆਂ ਚੀਜ਼ਾਂ ਦੀ ਪੰਡ ਬਣ ਕੇ ਤੁਸੀਂ ਕਿੱਥੇ ਬੈਠ ਜਾਓ। ਇਹ ਪੰਡ, ਇਹ ਜੁੱਤੀ ਤੁਹਾਨੂੰ ਕੀ ਕਰੇਗੀ? ਦੁਖੀ ਕਰੇਗੀ, ਤੰਗ ਕਰੇਗੀ। ਤੁਸੀਂ ਇਸ ਖੁਸ਼ਹਾਲੀ ਦੇ ਰਾਜ 'ਚ ਵੀ, ਇਸ ਵਰਗ ਦੇ ਰਾਜ 'ਚ ਵੀ ਕੀ ਰਹੋਗੇ। ਇਸ ਕਰਕੇ ਪ੍ਰਭੂ ਕੋਲ ਆਉਣ ਦਾ ਤਰੀਕਾ ਕੀ ਹੈ? ਹੁਣ ਜਦੋਂ ਮੈਂ ਆ ਗਿਆ, ਹੁਣ ਮੈਨੂੰ ਮੇਰੇ ਸਰੀਰ ਦੇ ਲਈ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ। ਹੁਣ ਮੈਨੂੰ ਮੇਰੇ ਘਰ ਦੇ ਲਈ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ। ਮੈਨੂੰ ਮੇਰੇ ਨੌਕਰੀ, ਜੌਬ ਜਾਂ ਬਿਜ਼ਨਸ ਦੇ ਲਈ ਚਿੰਤਾ ਕਰਨ ਦੀ ਕੀ ਨਹੀਂ ਹੈ। ਮੈਨੂੰ ਆਪਣੇ ਬੱਚਿਆਂ ਦੇ ਲਈ ਵੀ ਚਿੰਤਾ ਕਰਨ ਦੀ ਕੀ ਨਹੀਂ ਹੈ। ਉਹ ਸਵਰਗ ਦਾ ਰਾਜਾ ਸਭ ਕੁਝ ਕੀ ਕਰੇਗਾ? ਤਾਂ ਇਹਨੂੰ ਵਫਾਦਾਰ ਕਿਹਾ ਗਿਆ ਹੈ। ਉਹਦੇ ਤੋਂ ਵੱਧ ਵਫਾਦਾਰ ਕੋਈ ਨਹੀਂ। ਹਾਲੇਲੂਇਆ। ਮੂਸਾ ਨੂੰ ਬੁਲਾਇਆ, ਕੀ ਕਹਿੰਦਾ? ਕੀ ਕਰਨਾ ਪਏਗਾ ਜੀ? ਹਾਂਜੀ, ਜੁੱਤੀ ਕੀ ਕਰਨੀ ਪਵੇਗੀ? ਉਤਾਰਨੀ ਪਵੇਗੀ। ਅੱਜ ਅਸੀਂ ਵੀ ਜੇਕਰ ਜੁੱਤੀ ਉਤਾਰ ਲਈ ਆ, ਤੇ ਸਾਡੇ ਵਰਗਾ ਦੁਨੀਆ ਤੇ ਕੋਈ ਵੀ ਸੁਖੀ ਇਨਸਾਨ ਹੈ ਹੀ ਨਹੀਂ। ਬੇਸ਼ੱਕ ਤੁਹਾਡਾ ਆਪਣਾ ਘਰ ਨਾ ਹੋਵੇ, ਤੁਹਾਡੀ ਜੇਬ 'ਚ ਇੰਨੇ ਜ਼ਿਆਦਾ ਪੈਸੇ ਨਾ ਹੋਣ, ਤੁਹਾਡੇ ਬੈਂਕ ਬੈਲੈਂਸ ਜ਼ੀਰੋ ਹੋਵੇ, ਪਰ ਤੁਸੀਂ ਸਭ ਤੋਂ ਅਮੀਰ, ਤੁਸੀਂ ਸਭ ਤੋਂ ਸੁਖੀ ਇਨਸਾਨ ਆ, ਕਿਉਂਕਿ ਤੁਸੀਂ ਪਰਮੇਸ਼ਰ ਨੂੰ ਆਪਣਾ ਕੀ ਮੰਨ ਲਿਆ। ਤੇ ਜਿਹਨੂੰ ਉਹ ਰਾਜਾ ਮੰਨਦਾ ਆ, ਉਹਨੂੰ ਕਿਸੇ ਵਸਤ ਦੀ ਕੀ ਨਹੀਂ ਰਹਿੰਦੀ, ਥੋੜ ਨਹੀਂ ਰਹਿਣ ਦਾ ਮਤਲਬ ਇਹ ਨਹੀਂ ਕਿ ਬਹੁਤਾਇਤ ਨਾਲ ਹੋ ਜਾਵੇਗਾ। ਇਹ ਨਹੀਂ ਕਿ ਖਜ਼ਾਨੇ ਭਰ ਜਾਣਗੇ। ਇਹ ਆ ਕਿ ਤੁਹਾਨੂੰ ਕਦੀ ਜ਼ਰੂਰਤ ਮਹਿਸੂਸ ਹੀ ਨਹੀਂ ਹੋਊਗੀ। ਬਾਈਬਲ ਦੀ ਹਰ ਗੱਲ ਨੂੰ ਸਰੀਰਕ ਔਰ ਸੰਸਾਰਿਕ ਤੌਰ ਤੇ ਨਹੀਂ ਲੈਣਾ, ਇਹਨੂੰ ਆਤਮਿਕ ਤੌਰ ਤੇ ਕੀ ਕਰਨਾ ਹੈ, ਸੋਚਣਾ। ਕਿਉਂਕਿ ਇਸ ਵਚਨ ਨੂੰ ਲਿਖਣ ਵਾਲਾ ਕੌਣ ਹੈ?
ਪਰਮੇਸ਼ਰ ਦਾ ਆਤਮਾ ਦੇ ਦੁਆਰਾ ਲਿਖਿਆ ਗਿਆ, ਆਤਮਿਕ ਲੋਕਾਂ ਦੇ ਲਈ, ਔਰ ਆਤਮਾ ਹੀ ਸਮਝਾਉਂਦਾ ਆ। ਜਦੋਂ ਇਹ ਚੀਜ਼ਾਂ ਨੂੰ ਅਸੀਂ ਜਾਣਦੇ ਰਵਾਂਗੇ, ਫਿਰ ਸਾਡੀ ਸੋਚ ਹੌਲੀ ਹੌਲੀ ਕੀ ਕਰਦੀ ਰਹੇਗੀ, ਬਦਲਦੀ ਰਹੇਗੀ। ਹੁਣ ਅੱਜ ਪ੍ਰਭੂ ਕੋਲ ਆਉਂਦੇ ਕਿਉਂ ਨਹੀਂ ਲੋਕ? ਪ੍ਰਭੂ ਕੋਲ ਕਿਉਂ ਨਹੀਂ ਆਇਆ ਜਾ ਰਿਹਾ? ਉਹਦੇ ਆਵਾਜ਼ਾਂ ਮਾਰ ਰਿਹਾ, ਕਿੱਥੇ ਆ? मेरे को ਆਉਣ ਦਾ ਤਰੀਕਾ ਕੀ ਹੈ? ਆਪਣੀ ਸੋਚ ਬਦਲ ਕੇ ਆਉਣਾ। ਜੋ ਤੁਸੀਂ ਬਾਹਰ ਸੰਸਾਰ, ਘਰ ਜਾਂ ਸਮਾਜ 'ਚ ਸੋਚਦੇ ਹੋ, ਉਹ ਚੀਜ਼ਾਂ ਸੋਚਣ ਦਾ ਸਥਾਨ ਨਹੀਂ। ਇੱਥੇ ਇੱਕ ਅਲੱਗ ਸੋਚ ਹੈ। ਇੱਥੇ ਤੁਹਾਡੀ ਸੋਚ ਦੁਨਿਆਵੀ ਨਹੀਂ, ਬਲਕਿ ਸਵਰਗੀ ਹੋਵੇਗੀ। ਇੱਥੇ ਤੁਹਾਨੂੰ ਆਪਣੇ ਸਰੀਰ ਦੀ ਚਿੰਤਾ ਨਹੀਂ ਹੋਵੇਗੀ, ਤੁਹਾਨੂੰ ਸਭ ਤੋਂ ਵੱਧ ਕੇ ਆਪਣੀ ਆਤਮਾ ਦੀ ਚਿੰਤਾ ਹੋਵੇਗੀ। ਇੱਥੇ ਤੁਹਾਨੂੰ ਆਪਣੇ ਰਿਸ਼ਤੇਦਾਰਾਂ ਦੀ ਚਿੰਤਾ ਨਹੀਂ ਹੋਵੇਗੀ, ਤੁਹਾਨੂੰ ਸਭ ਤੋਂ ਵੱਡੇ ਆਪਣੇ ਰਿਸ਼ਤੇਦਾਰ ਪ੍ਰਭੂ ਯੀਸ਼ੂ ਮਸੀਹ ਦੇ ਨਾਲ ਸੰਬੰਧ ਦੀ ਚਿੰਤਾ ਹੋਵੇਗੀ। ਇੱਥੇ ਤੁਹਾਡੇ ਆਪਣੇ ਭਾਵੇਂ ਤੁਹਾਡੇ ਨਾਲ ਬੋਲਣ ਨਾ ਬੋਲਣ, ਤੁਹਾਡੇ ਆਪਣੇ ਤੁਹਾਨੂੰ ਅਹਿਮੀਅਤ ਦੇਣ ਚਾਹੇ ਨਾ ਦੇਣ, ਉਸ ਰਾਜਿਆਂ ਦੇ ਰਾਜੇ ਨੇ ਤੁਹਾਨੂੰ ਆਪਣਾ ਪੁੱਤਰ ਬਣਾ ਲਿਆ। ਇਹ ਘਟਿਆ ਜੋ ਲੋਕਾਂ ਦੇ ਲਈ ਰੱਬ ਸੀ, ਸਾਡਾ ਕੀ ਬਣ ਗਿਆ? ਪਿਤਾ ਬਣ ਗਿਆ। ਕੀ ਇਹ ਘਟਿਆ? ਇਹਦੇ ਸਾਹਮਣੇ ਸਾਡੇ ਰਿਸ਼ਤੇ ਵੀ ਸਭ ਫਿੱਕੇ ਨੇ, ਇਹਦੇ ਸਾਹਮਣੇ ਸਾਡੇ ਸੰਬੰਧ ਵੀ ਸਾਰੇ ਫਿੱਕੇ ਨੇ, ਕਿਉਂਕਿ ਉਹ ਮਹਾਨ ਸ਼ਖਸੀਅਤ ਜਿਹਦੇ ਤੋਂ ਉੱਚਾ ਕੋਈ ਨਹੀਂ, ਜਿਹਦੇ ਤੋਂ ਵੱਡਾ ਕੋਈ ਨਹੀਂ, ਜਿਹਦੇ ਤੋਂ ਬਜ਼ੁਰਗ ਕੋਈ ਨਹੀਂ, ਜਿਹਦੇ ਤੋਂ ਲੰਬਾ ਕੋਈ ਨਹੀਂ, ਜਿਹਦੇ ਤੋਂ ਵਿਸ਼ਾਲ ਕੋਈ ਨਹੀਂ, ਉਹ ਸਾਡਾ ਅੱਜ ਪਰਸਨਲ ਰਿਸ਼ਤੇਦਾਰ, ਐਸਾ ਰਿਸ਼ਤੇਦਾਰ ਜਿਹੜਾ ਕਿ ਸਭ ਤੋਂ ਵੱਧ ਪਿਆਰ ਕਰਦਾ ਆ, ਹੋਇਆ ਪਿਤਾ ਦੇ ਰੂਪ ਦੇ ਵਿੱਚ। ਹਾਲੇਲੂਇਆ। ਇੱਕ ਪਿਤਾ ਨੂੰ ਸਭ ਤੋਂ ਵੱਧ ਆਪਣੇ ਬੱਚਿਆਂ ਦੀ ਕੀ ਹੁੰਦੀ ਹੈ? ਫਿਕਰ ਹੁੰਦੀ ਆ। ਉਹਨੇ ਸਾਡੇ ਨਾਲ ਭਰਾ ਦਾ ਰਿਸ਼ਤਾ ਨਹੀਂ ਰੱਖਿਆ, ਉਹਨੇ ਸਾਡੇ ਨਾਲ ਦੋਸਤ ਦਾ ਰਿਸ਼ਤਾ ਨਹੀਂ ਰੱਖਿਆ। ਹਾਲਾਂਕਿ ਕਹਿੰਦਾ ਮੈਂ ਤੁਹਾਡਾ ਭਰਾ ਵੀ, ਮੈਂ ਦੋਸਤ ਵੀ, ਤੁਸੀਂ ਦੋਸਤ ਹੋ, ਮੇਰੇ ਨਾਲ ਗੱਲ ਕਰ ਸਕਦੇ ਹੋ, ਭਰਾ ਨਾਲ ਮੇਰੇ ਭਰਾ ਵਾਂਗੂ ਮੇਰੇ ਨਾਲ ਕੀ ਕਰ ਸਕਦੇ ਹੋ, ਪਰ ਅਸਲੀ ਰਿਸ਼ਤਾ ਕੀ ਹੈ ਮੇਰਾ ਤੁਹਾਡੇ ਨਾਲ? ਉਹ ਦੁਲਹਨ ਤੇ ਦੁਲਹਾ ਵੀ ਆਪਣੇ ਆਪ ਨੂੰ ਕੀ ਕਹਿੰਦਾ ਹੈ? ਉਹ ਦੁਲਹਾ ਵੀ ਆ, ਉਹ ਸਾਡਾ ਲਾੜਾ ਵੀ ਆ, ਅਸੀਂ ਉਹਦੀ ਕੀ ਆ, ਪਰ ਅਸਲ ਰਿਸ਼ਤਾ ਕੀ ਹੈ ਸਾਡਾ? ਸਾਡਾ ਪਿਤਾ। ਇਹ ਬਾਕੀ ਰਿਸ਼ਤੇ ਸਮਝਾਉਣ ਦੇ ਲਈ, ਪਰ ਅਸਲੀ ਰਿਸ਼ਤਾ ਕੀ ਹੈ ਸਾਡਾ? ਉਹ ਸਾਡਾ ਬਾਪ ਹੈ, ਸਾਡਾ ਪਿਤਾ ਹੈ। ਇਸ ਕਰਕੇ ਉਹ ਜਦੋਂ ਸਾਡਾ ਪਿਤਾ ਬਣ ਗਿਆ, ਸਾਡਾ ਰਾਜਾ ਬਣ ਗਿਆ, ਸਾਡੇ ਸਭ ਕਾਸੇ ਨੂੰ ਚਲਾਉਣ ਵਾਲਾ ਬਣ ਗਿਆ, ਫਿਰ ਤੁਹਾਡੀ ਸੋਚ ਵੀ ਆਟੋਮੈਟਿਕ ਕੀ ਹੋ ਜਾਵੇਗੀ? ਫਿਰ ਤੁਹਾਡੀ ਜੁੱਤੀ ਲੱਥੇਗੀ। ਉਹ ਵਾਲੀ ਜੁੱਤੀ ਜਿਹੜੀ ਪੈਰੀ ਪਾਈ ਜੁੱਤੀ ਲਾ ਕੇ ਆਏ, ਉਹ ਜੁੱਤੀ ਨਹੀਂ ਆ। ਜੁੱਤੀ ਕਿੱਥੇ ਆ? ਸਾਡਾ ਦਿਮਾਗ, ਸਾਡਾ ਮਨ, ਸਾਡੀ ਸੋਚ ਇਸ ਸੰਸਾਰ ਦੇ ਵਿੱਚ ਚੱਲਦੇ ਚੱਲਦੇ ਗੰਦੀ ਔਰ ਮੈਲੀ ਹੋ ਗਈ ਆ। ਇਸ ਸੋਚ ਨੂੰ ਪਿੱਛੇ ਛੱਡ ਕੇ ਆਉਣਾ ਆ, ਇੱਕ ਪਵਿੱਤਰ, ਪਾਕ ਔਰ ਸ਼ੁੱਧ ਸੋਚ ਲੈ ਕੇ ਪਰਮੇਸ਼ਰ ਦੇ ਕਦਮਾਂ ਦੇ ਵਿੱਚ ਆਉਣਾ ਆ। ਹਾਲੇਲੂਇਆ। ਆइए ਪੜ੍ਹਦੇ ਹਾਂ ਜੀ, ਕਿਉਂ ਅਸੀਂ ਪ੍ਰਭੂ ਦੇ ਕੋਲ ਨਹੀਂ ਆ ਰਹੇ? ਕਿਉਂ ਨਹੀਂ ਆਇਆ ਜਾਂਦਾ? ਮਰਕਸ ਦੀ ਇੰਜੀਲ 5 ਬਾਬ ਉਹਦਾ 6 ਵਚਨ। ਮਰਕਸ 5 ਦੀ 6। ਜਾਂ ਉਸਨੇ ਯਿਸੂ ਨੂੰ ਦੂਰੋਂ ਡਿੱਠਾ। ਹੁਣ ਇੱਥੇ ਇੱਕ ਇਨਸਾਨ ਸੀ ਜਿਹਦੇ ਚ ਭੂਤ ਸੀ, ਦੁਸ਼ਟ ਆਤਮਾ ਸੀ। ਦੁਸ਼ਟ ਆਤਮਾ ਦੇ ਕਾਰਨ ਉਹ ਲਾਗੇ ਨਹੀਂ ਜਾ ਰਿਹਾ, ਬਲਕਿ ਕਿੱਥੋਂ ਦੇਖ ਰਿਹਾ? ਉਹਨੂੰ ਦੂਰੋਂ ਦੂਰੋਂ ਹੀ ਦੇਖ ਰਿਹਾ। ਹਾਂ, ਜਾਂ ਉਸਨੇ ਯਿਸੂ ਨੂੰ ਦੂਰੋਂ ਡਿੱਠਾ ਹਾਂ। ਤਾਂ ਦੌੜ ਕੇ ਆਇਆ ਹਾਂ। ਅਤੇ ਉਹਨੂੰ ਮੱਥਾ ਟੇਕਿਆ। ਪਹਿਲਾਂ ਕਿਉਂ ਨਹੀਂ ਸੀ ਆ ਸਕਦਾ? ਕਿਉਂਕਿ ਪਹਿਲਾਂ ਕੀ ਸੀ ਉਹਦੇ ਅੰਦਰ? ਅੱਜ ਜਦੋਂ ਦੁਸ਼ਟ ਆਤਮਾ ਤੋਂ ਆਜ਼ਾਦ ਹੋਇਆ ਆ, ਅੱਜ ਦੌੜ ਕੇ ਕੀ ਕੀਤਾ ਆ ਉਹਦੇ ਕੋਲ? ਪਹਿਲਾਂ ਇਹੀ ਕਹਿੰਦਾ ਸੀ ਪ੍ਰਭੂ ਯਿਸੂ ਮਸੀਹ ਨੇੜੇ ਜਾ ਰਿਹਾ, ਉਹ ਕਹਿੰਦਾ ਤੇਰਾ ਮੇਰੇ ਨਾਲ ਕੀ ਕੰਮ? ਕੋਈ ਵਾਸਤਾ ਨਹੀਂ ਸਾਡਾ, ਨਾ ਤੇ ਤੁਸੀਂ ਮੇਰੇ ਕੋਲ ਆਓ ਤੇ ਨਾ ਮੈਂ ਕੀ ਕਰਨਾ ਹੈ। ਪਰ ਜਦੋਂ ਅੱਜ ਦੁਸ਼ਟ ਆਤਮਾ ਨਿਕਲ ਗਈਆਂ ਨੇ, ਸ਼ੈਤਾਨ ਦਾ ਪ੍ਰਭਾਵ ਨਿਕਲ ਗਿਆ, ਅੱਜ ਲਿਖਿਆ ਖੁਦ ਉਹ ਆਪ ਕੀ ਕੀਤਾ? ਦੌੜ ਕੇ ਆਇਆ ਤੇ ਯਿਸੂ ਮਸੀਹ ਦੇ ਪੈਰਾਂ ਦੇ ਨਜ਼ਦੀਕੀ ਹੋ ਗਿਆ, ਜਾ ਕੇ ਉਹਦੇ ਚਰਨਾਂ 'ਚ ਬਹਿ ਗਿਆ। ਮਤਲਬ ਉਹਨੂੰ ਕੀ ਮੰਨ ਲਿਆ? ਆਪਣਾ ਰਾਜਾ ਬਣ ਗਿਆ। ਅੱਜ ਜੇਕਰ ਸਾਡੇ ਕੋਲ ਪ੍ਰਭੂ ਯਿਸੂ ਮਸੀਹ ਦੇ ਨਜ਼ਦੀਕ ਨਹੀਂ ਨਾ ਆਇਆ ਜਾ ਰਿਹਾ, ਇਹਦਾ ਮਤਲਬ ਸਾਡੇ ਜੀਵਨ 'ਚ ਵੀ ਕੁਝ ਹਜੇ ਸ਼ੈਤਾਨੀ ਪ੍ਰਭਾਵ ਹੈ। ਇਹ ਨਹੀਂ ਕਿ ਤੁਸੀਂ ਸ਼ੈਤਾਨ ਦੇ ਪ੍ਰਭਾਵ ਦੇ ਕਾਰਨ ਤੁਹਾਨੂੰ ਚੌਂਕੀ ਆਉਂਦੀ ਹੋਵੇਗੀ ਜਾਂ ਖੇਡ ਆਉਂਦੀ ਹੋਵੇਗੀ ਜਾਂ ਤੁਹਾਡੇ ਅੰਦਰ ਆ ਕੇ ਦੁਸ਼ਟ ਆਤਮਾ ਬੋਲਦਾ ਹੋਏਗਾ, ਉਹ ਪ੍ਰਭਾਵ ਤੋਂ ਡਰਨ ਦੀ ਲੋੜ ਨਹੀਂ, ਉਹ ਤਾਂ ਦਿਖ ਜਾਂਦਾ ਆ। ਕੁਝ ਐਸੇ ਪ੍ਰਭਾਵ ਨੇ, ਕੁਝ ਐਸੀਆਂ ਗੱਲਾਂ ਨੇ ਜਿਹੜੀਆਂ ਮਰਨ ਤੱਕ ਸਾਡੇ ਜੀਵਨ 'ਚ ਬਣੀਆਂ ਰਹਿੰਦੀਆਂ ਨੇ। ਉਹਨੇ ਸ਼ੈਤਾਨੀ ਕੰਮ, ਉਹਨੇ ਸ਼ੈਤਾਨੀ ਆਦਤਾਂ, ਉਹਨੇ ਸੰਸਾਰ ਦੀਆਂ ਗੱਲਾਂ। ਇਹ ਸੰਸਾਰ ਦੀਆਂ ਗੱਲਾਂ, ਸ਼ੈਤਾਨੀ ਆਦਤਾਂ, ਸ਼ੈਤਾਨੀ ਕੰਮ, ਸ਼ੈਤਾਨੀ ਪ੍ਰਭਾਵ ਸਾਨੂੰ ਪ੍ਰਭੂ ਯਿਸੂ ਮਸੀਹ ਦੇ ਕੋਲ ਆਉਣ ਤੋਂ ਕੀ ਕਰਦੇ ਨੇ? ਕਿਉਂ ਨਹੀਂ ਅੱਜ ਦੁਨੀਆ ਕੋ ਆ ਜਾ ਰਿਹਾ? ਕਿਉਂਕਿ ਸੰਸਾਰ ਔਰ ਸ਼ੈਤਾਨ ਦੇ ਕੀ ਚੱਲ ਰਹੇ ਨੇ? ਅਧੀਨ ਚੱਲ ਰਹੇ ਨੇ। ਹੁਣ ਇੱਕ ਵਚਨ ਪੜਾਂਗੇ ਅਸੀਂ, ਲੂਕਾ ਦੀ ਇੰਜੀਲ 22 ਬਾਬ 54 ਵਚਨ। ਗੌਰ ਨਾਲ ਇਸ ਵਚਨ ਨੂੰ ਪੜਨਾ, ਸੁਣਨਾ, ਇਹਨੂੰ ਧਿਆਨ ਦੇਣਾ। ਤਾਂ ਉਹ ਉਸ ਨੂੰ ਫੜ ਕੇ ਲੈ ਚੱਲੇ ਅਤੇ ਸਰਦਾਰ ਜਾਜਕ ਦੇ ਘਰ। ਇੱਥੇ ਜਦੋਂ ਯਿਸੂ ਮਸੀਹ ਨੂੰ ਗਤਸਮਨੀ ਦੇ ਬਾਗ ਦੇ ਵਿੱਚੋਂ ਫੜ ਕੇ ਲੈ ਗਏ ਨੇ,
ਤੇ ਜਦੋਂ ਉਹ ਫੜ ਕੇ ਲੈ ਕੇ ਜਾ ਰਹੇ ਨੇ, ਹਾਂ, ਅਤੇ ਸਰਦਾਰ ਜਾਜਕ ਦੇ ਘਰ ਵਿੱਚ ਗਿਆ ਸਰਦਾਰ ਜਾਜਕ ਦੇ ਘਰ ਦੇ ਵਿੱਚ ਲਿਆਏ। ਔਰ ਪਤਰਸ ਕੁਝ ਵਿੱਚ ਤੇ ਪਿੱਛੇ ਤੁਰਿਆ ਆਇਆ। ਪਤਰਸ ਵੀ ਆਇਆ, ਪਰ ਕਿੱਥੇ ਸੀ? ਕੁਝ ਵਿੱਥ ਤੇ, ਮਤਲਬ ਦੂਰ ਸੀ। ਪਤਰਸ ਕਿੱਥੇ ਕਿੱਥੇ ਚੱਲਦਾ ਆ ਰਿਹਾ ਜੀ? ਪਤਰਸ ਨੇ ਇਨਕਾਰ ਕਿਉਂ ਕੀਤਾ? ਜੇਕਰ ਉਹ ਪਰਮੇਸ਼ਰ ਦੇ ਨਜ਼ਦੀਕ ਚੱਲਦਾ ਰਹਿੰਦਾ, ਪਰਮੇਸ਼ਰ ਦੇ ਨਾਲ ਨਾਲ ਚੱਲਦਾ ਰਹਿੰਦਾ, ਚੱਲਿਆ ਤੇ ਹੈ ਪਰ ਕਿੱਥੇ? ਰਾਤੀ ਇਹੀ ਗੱਲ ਕਰ ਰਹੇ ਸੀ ਨਾ, ਪਰਮੇਸ਼ਰ ਇਹ ਸਮਝਾ ਰਿਹਾ ਨਾ, ਆਪਣੀ ਚਾਲ ਨੂੰ ਕੀ ਕਰੋ। ਤੁਸੀਂ ਜ਼ਿਆਦਾ ਅੱਗੇ ਤੇ ਨਹੀਂ ਦੌੜ ਰਹੇ ਮੇਰੇ ਤੋਂ। ਕਿਹੜਾ ਪਤਰਸ ਨੂੰ ਕੀ ਕਰ ਰਹੇ ਨੇ? ਜ਼ਿਆਦਾ ਅੱਗੇ ਦੌੜਨ ਦਾ ਮਤਲਬ ਉਹਦੀ ਵੀ ਇੱਕ ਉਦਾਹਰਨ ਹੈ ਬਾਈਬਲ ਦੇ ਵਿੱਚ, ਅਬਰਾਹਾਮ ਨੂੰ ਪਰਮੇਸ਼ਰ ਨੇ ਕਿਹਾ ਸੀ ਮੈਂ ਤੈਨੂੰ ਕੀ ਦੇਵਾਂਗਾ, ਇੱਕ ਪੁੱਤਰ ਦੇਵਾਂਗਾ, ਪਰ ਸਮਾਂ ਨਹੀਂ ਸੀ ਦੱਸਿਆ, ਥੋੜਾ ਦੇਰ ਹੋਈ। ਉਹਨੇ ਆਪ ਪੁੱਤਰ ਦਾ ਕੀ ਕਰ ਲਿਆ? ਇੰਤਜ਼ਾਮ ਕੀਤਾ। ਆਪ ਉਹਨੇ ਇੱਕ ਪੁੱਤਰ ਪੈਦਾ ਕੀਤਾ ਜਿਹਨੂੰ ਇਸਮਾਈਲ ਕਹਿੰਦੇ ਨੇ। ਫਿਰ ਉਹਦੇ ਕਾਰਨ ਅਬਰਾਹਾਮ ਇੰਨਾ ਦੁਖੀ ਹੋਇਆ ਕਿ ਉਹਦੇ ਦੁੱਖ ਦੀ ਕੋਈ ਇੰਤਹਾ ਨਹੀਂ ਰਹੀ। ਇਹ ਪਰਮੇਸ਼ਰ ਦੀ ਯੋਜਨਾ ਤੋਂ ਕਿੱਥੇ ਦੌੜਨਾ ਅੱਗੇ, ਤੇ ਇਹ ਉਦਾਹਰਨ ਆ ਪਰਮੇਸ਼ਰ ਤੋਂ ਕੀ ਚੱਲਣਾ, ਉਹਦੇ ਨਾਲ ਨਾਲ ਚੱਲਣਾ। ਪਰਮੇਸ਼ਰ ਤੋਂ ਦੂਰੀ, ਪਰਮੇਸ਼ਰ ਦੇ ਨਾਲ ਤੁਹਾਡੀ ਦੂਰੀ ਤੁਹਾਨੂੰ ਇਨਕਾਰ ਕਰਵਾਏਗੀ। ਪਤਰਸ ਨੇ ਵੀ ਕੀ ਕੀਤਾ? ਕਿਉਂਕਿ ਕਿੱਥੇ ਚੱਲਦਾ ਰਿਹਾ? ਹਾਲਾਂਕਿ ਨਜ਼ਦੀਕ ਚੱਲਣਾ ਚਾਹੀਦਾ ਸੀ, ਉਹਨੂੰ ਦੇ ਨਾਲ ਚੱਲਣਾ ਚਾਹੀਦਾ ਸੀ। ਮੁਕੱਦਮਾ ਸਿਰਫ ਕਿਹਦੇ ਤੇ ਸੀ? ਯਿਸੂ ਮਸੀਹ ਤੇ, ਹੋਰ ਕਿਸੇ ਤੇ ਨਹੀਂ ਸੀ। ਔਰ ਉਸ ਰਾਤ ਯਿਸੂ ਮਸੀਹ ਤੋਂ ਇਲਾਵਾ ਕਿਸੇ ਚੇਲੇ ਦਾ ਇੱਕ ਬੂੰਦ ਲਹੂ ਵੀ ਵਗਣਾ ਨਹੀਂ ਸੀ, ਕਿਉਂਕਿ ਉਧਰ ਸਿਰਫ ਔਰ ਸਿਰਫ ਪ੍ਰਭੂ ਯਿਸੂ ਮਸੀਹ ਨੇ ਹੀ ਸਾਰੀ ਮਨੁੱਖ ਜਾਤੀ ਲਈ ਆਪਣੀ ਕੀ ਦੇਣੀ ਸੀ? ਜਾਨ। ਉਹਨੂੰ ਡਰਨ ਦੀ ਜ਼ਰੂਰਤ, ਪਰ ਉਹ ਕਿੱਥੇ ਚੱਲਦਾ ਰਿਹਾ? ਇਸੇ ਕਾਰਨ ਹੀ 3 ਵਾਰ ਉਹਨੇ ਯਿਸੂ ਮਸੀਹ ਦਾ ਕੀ ਕੀਤਾ? ਮੇਰੇ ਪਿਆਰੇ, ਅਸੀਂ ਵੀ ਚੱਲਦੇ ਆ, ਥੋੜੇ ਬਹੁਤੇ ਚੱਲਣਾ ਸ਼ੁਰੂ ਕਰਦੇ ਆ, ਪਰ ਨਜ਼ਦੀਕ ਨਹੀਂ ਆਉਂਦੇ। ਫਿਰ ਇਨਕਾਰ ਵੀ ਕਿਹਨਾਂ ਦੇ ਅੱਗੇ ਕੀਤਾ? ਬੜੇ ਅਫਸਰਾਂ ਦੇ ਅੱਗੇ, ਲਿਖਿਆ ਨੌਕਰਾਂ ਦੇ ਅੱਗੇ। ਔਰ ਇੱਥੋਂ ਤੱਕ ਕਿ ਛੋਟੀ ਜੀ ਕੀ ਸੀ? ਬੱਚੀ ਸੀ, ਛੋਟੀ ਜੀ ਦਾਸੀ ਸੀ, ਉਹਦੇ ਸਾਹਮਣੇ ਕੀ ਕਰ ਦਿੱਤਾ? ਜਦੋਂ ਯਿਸੂ ਮਸੀਹ ਤੋਂ ਤੁਸੀਂ ਦੂਰ ਹੋਗੇ, ਤੁਸੀਂ ਕਿਸੇ ਵੱਡੀ ਮੁਸ਼ਕਲ ਦੇ ਅੱਗੇ ਝੁਕੋਗੇ ਨਹੀਂ। ਵੱਡੀ ਮੁਸ਼ਕਲ ਨੂੰ ਤਾਂ ਛੱਡ ਦਿਓ, ਤੁਸੀਂ ਛੋਟੀ ਛੋਟੀ ਮੁਸ਼ਕਲਾਂ ਦੇ ਅੱਗੇ ਕੀ ਕਰਦੇ ਰਹੋਗੇ? ਛੋਟੀਆਂ ਛੋਟੀਆਂ ਗੱਲਾਂ ਦੇ ਅੱਗੇ ਕਾਰਨ ਪ੍ਰਭੂ ਯਿਸੂ ਮਸੀਹ ਦਾ ਕੀ ਕਰਦੇ ਰਹੋਗੇ? ਪਰ ਅੱਜ ਜ਼ਰੂਰਤ ਆ ਉਹਨੂੰ ਕੁਝ ਐਸੇ ਲੋਕਾਂ ਦੀ ਜਿਹੜੀ ਆਪਣੀ ਮਾਨਸਿਕਤਾ ਨੂੰ ਚੇਂਜ ਕਰਕੇ, ਸੰਸਾਰ ਦੀ ਮਾਨਸਿਕਤਾ, ਸੰਸਾਰ ਦੀ ਸੋਚ ਜਿਹੜੀ ਕਿ ਗੰਦੀ ਹੋ ਚੁੱਕੀ ਆ, ਜਿਹੜੀ ਸਿਰਫ ਆਪਣੇ ਸਵਾਰਥ ਦੇ ਨਾਲ, ਆਪਣੇ ਮਤਲਬ ਦੇ ਨਾਲ ਔਰ ਆਪਣੀਆਂ ਗੱਲਾਂ ਦੇ ਨਾਲ ਭਰੀ ਹੋਈ ਆ, ਉਹਨਾਂ ਸਭਨਾਂ ਨੂੰ ਛੱਡ ਕੇ, ਉਹਨਾਂ ਸਭਨਾਂ ਨੂੰ ਪਿੱਛੇ ਸੁੱਟ ਕੇ ਅੱਜ ਸਾਨੂੰ ਸੰਪੂਰਨ ਤਰੀਕੇ ਦੇ ਨਾਲ ਪ੍ਰਭੂ ਨੂੰ ਪ੍ਰਭੂਤਾ ਦਿੰਦੇ ਹੋਏ, ਉਹਨੂੰ ਆਪਣਾ ਰਾਜਾ ਮੰਨਦੇ ਹੋਏ, ਉਹਨੂੰ ਆਪਣਾ ਸਭ ਕੁਝ ਮੰਨਦੇ ਹੋਏ, ਉਹਨੂੰ ਆਪਣਾ ਅਗਵਾਈ ਕਰਤਾ ਮੰਨਦੇ ਹੋਏ, ਉਹਨੂੰ ਚਲਾਉਣ ਵਾਲਾ ਮੰਨਦੇ ਹੋਏ, ਔਰ ਜੋ ਕੁਝ ਵੀ ਕਰੇ ਉਹ ਸਭ ਕੁਝ ਸਹੀ ਮੰਨਦੇ ਹੋਏ ਉਹਦੇ ਕਦਮਾਂ 'ਚ ਬੈਠ ਕੇ ਉਹਦੀ ਮਰਜ਼ੀ ਨਾਲ ਚੱਲਣ ਦੀ ਜ਼ਰੂਰਤ ਆ। ਫਿਰ ਦੇਖਿਓ ਤੁਹਾਡੇ ਵਾਸਤੇ ਕੀ ਸਵਰਗ ਹੈ, ਕਿਉਂਕਿ ਸਵਰਗ ਵਿੱਚ ਵੀ ਸਵਰਗਦੂਤ ਉਹਦੀ ਕੀ ਕਰਦੇ ਨੇ? ਮਰਜ਼ੀ ਨੂੰ ਪੂਰੀ ਕਰਦੇ। ਇੱਥੇ ਅਸੀਂ ਕੀ ਕਰ ਰਹੇ ਹਾਂ? ਉਹਦੀ ਮਰਜ਼ੀ ਨੂੰ। ਤੇ ਇਸ ਸਵਰਗ ਤੋਂ ਘੱਟ ਹੋਵੇਗਾ ਕੀ? ਹਾਲੇਲੂਇਆ। ਪਤਰਸ ਚੱਲ ਤੇ ਰਿਹਾ ਵਾ, ਪਰ ਕੀ ਚੱਲ ਰਿਹਾ? ਤੇ ਇਹ ਦੂਰੀ ਹੀ ਪਤਰਸ ਨੂੰ ਕੀ ਕਰਵਾ ਗਈ? ਇਨਕਾਰ ਕਰਵਾ ਗਈ। ਇੱਕ ਹੋਰ ਵਾਕਿਆ ਜੀ, ਲੂਕਾ ਦੀ ਇੰਜੀਲ 17 ਬਾਬ ਉਹਦਾ 12 ਔਰ 13 ਵਚਨ ਪੜ੍ਹੀ। ਲੂਕਾ ਦੀ ਇੰਜੀਲ 17 ਉਹਦਾ 12 ਔਰ 13 ਵਚਨ। ਔਰ ਉਹਦੇ ਕਿਸੇ ਪਿੰਡ ਵਿੱਚ ਵੜਦਿਆਂ 10 ਕੋੜੇ ਉਹਨੂੰ ਮਿਲੇ। ਇੱਕ ਵਾਰ ਪ੍ਰਭੂ ਯਿਸੂ ਮਸੀਹ ਕਿਸੇ ਪਿੰਡ 'ਚ ਜਾ ਰਹੇ ਨੇ, ਔਰ ਪਿੰਡ 'ਚ ਵੜਦਿਆਂ ਹੀ ਬਾਹਰ ਦੇਖਿਆ ਤੇ 10 ਕੋੜੀ ਸੀ। ਹਾਂਜੀ, ਜਿਹੜੇ ਦੂਰ ਖੜੇ ਰਹੇ। ਉਹ ਕੀ ਕਰਨ ਲੱਗੇ ਜੀ? ਕੋੜੀ ਸੀ, ਪਰ ਕੀ ਕਰਨ ਲੱਗੇ? ਬਾਕੀ ਸਭ ਜਿੰਨੇ ਵੀ ਬਿਮਾਰ ਸੀ ਉਹ ਸਭ ਯਿਸੂ ਮਸੀਹ ਦੇ ਕੋਲ ਕੀ ਆਉਂਦੇ ਸੀ? ਨਜ਼ਦੀਕ ਆਉਂਦੇ ਸੀ। ਪਰ ਕੋੜੀ ਨੇ ਇਹ ਕਿੱਥੇ ਖੜੇ ਰਹੇ? ਇਹ ਕਿਉਂ ਦੂਰ ਖੜੇ ਰਹੇ? ਕਿਉਂਕਿ ਕੋੜੀ ਨੇ। ਪੁਰਾਣੇ ਨਿਯਮ ਦੇ ਵਿੱਚ, ਬਾਈਬਲ ਦੇ ਵਿੱਚ ਜਿੱਥੇ ਵੀ ਕੋੜ ਦਾ ਜ਼ਿਕਰ ਆਉਂਦਾ ਆ, ਉਹ ਪਾਪ ਨੂੰ ਦਰਸਾਉਂਦਾ ਹੈ। ਸਾਡੇ ਜੀਵਨ 'ਚ ਜੇਕਰ ਕੋਈ ਵੀ ਪਾਪ ਆ, ਸਾਡੀ ਹਿੰਮਤ ਨਹੀਂ ਪੈਣੀ ਪ੍ਰਭੂ ਯਿਸੂ ਮਸੀਹ ਦੇ ਕੋਲ ਆਉਣ ਦੀ। ਚਾਹ ਕੇ ਵੀ ਅਸੀਂ ਕੀ ਨਹੀਂ ਕਰ ਸਕਦੇ? ਉਹਦੇ ਕੋਲ ਆ ਨਹੀਂ ਸਕਦੇ, ਕਿਉਂਕਿ ਪਾਪ ਔਰ ਪਾਪਮਈ ਜੀਵਨ
ਪਰਮੇਸ਼ਰ ਦੇ ਕੋਲ ਆਉਣ ਤੋਂ ਸਾਨੂੰ ਹਮੇਸ਼ਾ ਕੀ ਕਰੇਗਾ। ਅੱਜ ਕਿਉਂ ਨਹੀਂ ਸਾਡੇ ਕੋਲ ਆਇਆ ਜਾ ਰਿਹਾ? ਕਿਉਂਕਿ ਸਾਡੇ ਜੀਵਨ 'ਚ ਕੋਈ ਨਾ ਕੋਈ ਕੀ ਹੈਗਾ, ਕੋਈ ਪਾਪ ਹੈਗਾ। ਜਿਸ ਪਾਪ ਦਾ ਅਸੀਂ ਮਜ਼ਾ ਲੈਣਾ ਚਾਹੁੰਦੇ ਹਾਂ, ਜਿਸ ਪਾਪ ਦਾ ਅਸੀਂ ਕੀ ਉਠਾਉਣਾ ਚਾਹੁੰਦੇ ਹਾਂ। 38 ਸਾਲ ਦਾ ਮਰੀਜ਼ ਪਤਾ ਯਾਦ ਹੈ? 38 ਸਾਲ ਦਾ ਮਰੀਜ਼ ਇੱਕ ਕੁੰਡ ਦੇ ਕੀ ਕੀਤਾ ਸੀ? ਕਿੰਨੇ ਸਾਲਾਂ ਤੋਂ ਬਿਮਾਰ ਸੀ ਉਹ? ਦੱਸ ਦਿੱਤਾ ਮੈਂ 38 ਸਾਲ। ਹਾਲਾਂਕਿ ਉਹਦੇ ਸਾਹਮਣੇ ਕੀ ਸੀ? ਉਹਦੇ ਸਾਹਮਣੇ ਹੀ ਕੁੰਡ ਸੀ ਜਿੱਥੇ ਕਿ ਉਹਦੇ ਸਾਹਮਣੇ ਹੀ 38 ਸਾਲਾਂ ਦੇ ਵਿੱਚ ਹਜ਼ਾਰਾਂ ਲੋਕ ਕੀ ਕਰਦੇ ਹੋਣਗੇ। ਪਰ ਲਿਖਿਆ ਉਹ ਜਨਾਬ, ਉਹ ਮਹਾਰਾਜ ਮੰਜੀ ਢਾ ਕੇ ਕੀ ਕੀਤਾ ਹੋਇਆ ਸੀ। ਇਹਦਾ ਮਤਲਬ ਕਿ ਸ਼ਿਫਾ ਦੇਣ ਵਾਲੇ ਬੈਤ ਸਦਾ ਦੇ ਕੁੰਡ ਦਾ ਮਤਲਬ ਕੀ ਹੈ? ਜਿੱਥੇ ਕੀ ਮਿਲਦੀ ਹੈ, ਉਹ ਸ਼ਿਫਾ ਦੇ ਲੈਣ ਵਾਲੀ ਜਗ੍ਹਾ ਤੇ ਵੀ ਉਹ ਬਹਿ ਕੇ ਕੀ ਸੀ 38 ਸਾਲ ਤੋਂ ਆਪਣੀ ਉਸੇ ਅਵਸਥਾ ਚ ਉੱਥੇ ਉਸੇ ਇਲਾਜ ਚ ਪਿਆ ਹੋਇਆ। ਕਿਉਂ ਚੰਗਾ ਨਹੀਂ ਹੋ ਰਿਹਾ? ਵਚਨ ਕੀ ਦੱਸਦਾ ਕਿ ਉਹਨੂੰ ਹੋਣਾ ਕੀ ਚਾਹੀਦਾ ਸੀ ਕਿ ਇੱਕ ਦੂਤ ਅਚਾਨਕ ਆ ਕੇ ਕੀ ਕਰਦਾ ਸੀ ਤੇ ਪਾਣੀ ਲਾਉਣ ਤੋਂ ਪਹਿਲਾਂ ਜੇਕਰ ਕੋਈ ਸਭ ਤੋਂ ਪਹਿਲਾਂ ਉਹਦੇ ਵਿੱਚ ਪੈ ਜਾਂਦਾ ਤੇ ਉਹ ਕੀ ਹੋ ਸਕਦਾ ਸੀ? ਇਹ ਸ਼ਰਤ ਸੀ। ਪਾਣੀ ਲਾਉਣ ਦੇ ਦਰਮਿਆਨ ਕੀ ਕਰਨਾ ਹੈ? ਤੇ ਫਿਰ ਜੇਕਰ ਕਿਸੇ ਨੇ ਜਿਹੜੇ ਚੰਗੇ ਹੋਣ ਵਾਲੇ ਉਹ ਕਿੱਥੇ ਬੈਠੇ ਹੋਣਗੇ? ਬਿਲਕੁਲ ਕੁੰਡ ਦੇ ਨਜ਼ਦੀਕ, ਔਰ ਹਮੇਸ਼ਾ ਤੱਕਦੇ ਹੋਏ ਵੀ ਕਿਦੋਂ ਪਾਣੀ ਜਰਾ ਜਨਾ ਕੀ ਹੋ ਜਾਵੇ। ਪਰ ਇਹ ਜਨਾਬ ਨੇ ਮੰਜੀ ਡਾਈ ਹੈ ਤੇ ਕੁੰਡ ਦੇ ਨਜ਼ਦੀਕ ਮੰਜੀ ਕਿਸੇ ਨੇ ਨਾ ਦਿੱਤੀ ਹੋਈ। ਇਹਨੂੰ ਕੀ ਕਹਿੰਦੇ ਨੇ? ਭਾਈ ਸਾਹਿਬ ਕਿੱਥੇ ਚੱਲੋ, ਅਸੀਂ ਸਭ ਠੀਕ ਹੋਣ ਵਾਲੇ ਆ, ਅਸੀਂ ਸਭ ਇੱਥੇ ਠੀਕ ਹੋਣ ਲਈ ਆਏ ਆ। ਤੇਰੇ ਵਾਂਗੂ ਤੇਰੀ ਬਿਮਾਰੀ ਦਾ, ਤੇਰੇ ਪਾਪ ਦਾ ਅਸੀਂ ਆਨੰਦ ਲੈਣ ਲਈ ਨਹੀਂ ਆਏ। ਕਿੱਥੇ ਚਲੋ? ਉੱਥੇ ਵੀ ਲਿਖਿਆ ਯਿਸੂ ਮਸੀਹ ਨੂੰ ਪਤਾ ਲੱਗਾ ਵੀ ਇਹਨੂੰ ਪਏ ਨੂੰ ਕੀ ਹੋ ਗਏ ਨੇ, ਹੁਣ ਕਿ ਇਹਨੂੰ ਬੜੀ ਦੇਰ ਹੋ ਗਈ ਹੈ। ਅੱਖ ਦੇ ਯਿਸੂ ਮਸੀਹ ਨੂੰ ਕੀ ਕਰਨਾ ਪਿਆ? ਉੱਥੇ ਆਉਣਾ ਪਿਆ। ਹੁਣ ਤੁਸੀਂ ਦੇਖੋ ਨਾ, ਜੇਕਰ ਠੀਕ ਹੋਣਾ ਹੁੰਦਾ ਉਹਨੇ ਤੇ ਆਪਣੀ ਕੋਸ਼ਿਸ਼ ਦੇ ਨਾਲ ਠੀਕ ਹੋਣਾ ਹੁੰਦਾ ਤੇ 1 ਸਾਲ ਨਹੀਂ, 2 ਸਾਲ ਨਹੀਂ, 3 ਸਾਲ ਨਹੀਂ, 4 ਸਾਲ ਨਹੀਂ, 10 ਸਾਲ ਨਾਲ ਉਹਦਾ ਮੌਕਾ ਲੱਗਦਾ। ਆਖਰ ਇੱਕ ਟਾਈਮ ਵੀ ਉਹਦਾ ਪੈਂਦਾ ਵਿੱਚ ਆ ਕੇ। ਪਰ ਚੱਕਰ ਕੀ ਸੀ? ਉਹ ਜ਼ਿਆਦਾ ਨਜ਼ਦੀਕ ਨਹੀਂ ਸੀ ਜਾ ਰਿਹਾ ਉਸ ਜਗ੍ਹਾ ਤੇ। ਕਿੱਥੇ ਸੀ? ਜਿਹੜੇ ਨਜ਼ਦੀਕ ਰਹਿੰਦੇ ਸੀ, ਜਿਹੜੇ ਤੱਕ 'ਚ ਰਹਿੰਦੇ ਸੀ, ਜਿਹੜੇ ਇੰਤਜ਼ਾਰ 'ਚ ਰਹਿੰਦੇ ਸੀ, ਉਹ ਕੀ ਹੋ ਰਹੇ ਨੇ? ਪਰ ਇਹ ਜਿਹੜਾ ਦੂਰ ਆ, ਯਿਸੂ ਮਸੀਹ ਨੂੰ ਆ ਕੇ ਕਹਿੰਦਾ ਤੂੰ ਠੀਕ ਹੋਣਾ ਚਾਹੁੰਦਾ ਹੈ? ਕੀ ਪੁੱਛਿਆ ਸਵਾਲ ਉਹਨੂੰ ਜੀ? ਯਾਦ ਪੜ੍ਹੀ ਕਿਸੇ ਨੇ ਗੱਲ? ਕੀ ਪਹਿਲਾ ਸਵਾਲ ਕੀ ਸੀ ਇਹਦਾ? ਹਾਂ ਕੀ ਚੱਕਰ ਹੈ ਭਈ, ਤੂੰ ਠੀਕ ਹੋਣਾ ਚਾਹੁੰਦਾ ਹੈ? ਅੱਗੋਂ ਕੀ ਕਹਿੰਦਾ? ਮੇਰਾ ਕੋਈ ਉਹਨੇ ਇਹ ਨਹੀਂ ਕਿਹਾ ਕਿ ਮੈਂ ਠੀਕ ਹੋਣਾ ਚਾਹੁੰਦਾ ਹੈ, ਕਹਿੰਦਾ ਮੇਰਾ ਕੋਈ ਵੀ ਨਹੀਂ ਜਿਹੜਾ ਕਿ ਮੈਨੂੰ ਇਸ ਪਾਣੀ 'ਚ ਕੀ ਕਰੇ। ਹੁਣ ਤੁਸੀਂ ਦੱਸੋ, ਉਹ ਕੁੰਡ ਐਸਾ ਆ ਜਿੱਥੇ ਕੋਈ ਮੈਡੀਕਲ ਟ੍ਰੀਟਮੈਂਟ ਨਹੀਂ ਹੁੰਦਾ। ਉੱਥੇ ਲਿਖਿਆ ਅੰਨੇ ਲੰਗੇ ਲੁੰਗਲੇ ਸਭ ਬੜੇ ਤਰ੍ਹਾਂ ਦੇ ਕੀ ਕੀਤੇ ਹੋਏ ਸੀ। ਤੁਸੀਂ 10 ਦਿਨ ਜੇਕਰ ਇੱਕ ਹਸਪੀਟਲ 'ਚ ਰਿਹਾ ਹੋ ਨਾ ਕਿਸੇ ਮਰੀਜ਼ ਦੇ ਨਾਲ, ਤੁਸੀਂ ਆਪਣੇ ਆਪ ਨੂੰ ਖੁਦ ਕੀ ਮਹਿਸੂਸ ਕਰਨ ਲੱਗੋਗੇ ਕਿ ਅਸੀਂ ਮਰੀਜ਼ ਹਾਂ, ਅਸੀਂ ਬਿਮਾਰ ਹਾਂ। 38 ਸਾਲ ਤੱਕ ਕੌਣ ਉਹਦੇ ਨਾਲ ਰਹਿੰਦਾ? ਇਸ ਕਰਕੇ ਉਹਦੀ ਉਸ ਹਾਲਾਤ ਨੂੰ ਵੇਖ ਕੇ ਉਹਦੇ ਨਾਲ ਦੇ ਕੀ ਛੱਡ ਗਏ ਸੀ। ਇਹ ਸੁਧਰਨ ਵਾਲਾ ਨਹੀਂ ਕਿ ਆਪਣੇ ਪਾਪ 'ਚ ਕੀ ਕਰੇਗਾ। ਪਰ ਇੱਕ ਪਰਮੇਸ਼ਰ ਨੇ ਅੱਜ ਨੂੰ ਹੋਰ ਮੌਕਾ ਦਿੱਤਾ। ਪਰਮੇਸ਼ਰ ਨੇ ਅੱਜ ਉਹਨੂੰ ਇੱਕ ਆਖਰੀ ਮੌਕਾ ਦਿੱਤਾ। ਪਰ ਧੰਨਵਾਦ ਆ, ਉਹ ਆਖਰੀ ਮੌਕਾ ਉਹਨੇ ਕੀ ਕਰ ਲਿਆ? ਆਪਣੇ ਵਾਸਤੇ ਲਾਭਦਾਇਕ ਕਰ ਲਿਆ। ਕੀ ਕਿਹਾ ਉਹਨੂੰ? ਕਹਿੰਦਾ ਉੱਠ। ਇੱਥੇ ਦੇਖਿਆ ਜਾਏ ਤੇ ਪ੍ਰਭੂ ਯਿਸੂ ਮਸੀਹ ਕੌਣ ਹੈ? ਵਚਨ। ਕੌਣ ਆਇਆ ਉਹਦੇ ਅੱਗੇ ਜੀ? ਵਚਨ ਕੀ ਕਹਿੰਦਾ? ਕੀ ਕਰੋ ਅੱਜ? ਉੱਠ। ਤੇ ਜਦੋਂ ਵਚਨ ਸੁਣ ਕੇ ਅਸੀਂ ਉੱਠਦੇ ਆ, ਪਹਿਲੀ ਵਚਨ ਦੀ ਆਵਾਜ਼ ਸੁਣ ਕੇ ਉਹਨੇ ਕੋਸ਼ਿਸ਼ ਕੀਤੀ, ਉਹਦੇ ਲੱਤਾਂ 'ਚ ਕੀ ਆ ਗਈ? ਜਾਨ ਆ ਗਈ। ਦੂਸਰਾ ਵਚਨ ਕੀ ਆ? ਆਪਣੀ ਮੰਜੀ ਕੀ ਕਰ। ਜਦੋਂ ਹੌਲੀ ਹੌਲੀ ਅਸੀਂ ਪਰਮੇਸ਼ਰ ਦੇ ਵਚਨਾਂ ਨੂੰ ਮੰਨਦੇ ਜਾਵਾਂਗੇ, ਜਦੋਂ ਮੰਨਦੇ ਜਾਂਦੇ ਆ, ਸਾਡੇ ਆਤਮਿਕ ਜੀਵਨ 'ਚ ਬਲ ਆਉਂਦਾ ਜਾਂਦਾ ਆ। ਪਹਿਲੀ ਗੱਲ ਮੰਨੀ, ਕਿਹਦੇ 'ਚ ਬਲ ਆ ਗਿਆ? ਦੂਸਰੀ ਗੱਲ ਮੰਨੀ, ਕੀ ਕਿਹਾ? ਜਿਸ ਪਾਪ ਨੇ ਤੈਨੂੰ 38 ਸਾਲਾਂ ਤੋਂ ਚੁੱਕਿਆ ਸੀ ਨਾ, ਅੱਜ ਸਮਾਂ ਆ ਉਹਨੂੰ ਤੂੰ ਚੁੱਕ ਕੇ ਤੇ ਸੁੱਟਿਆ ਬਾਹਰ ਹੋ ਜਾ। ਕੀ ਕਹਿੰਦਾ ਜੀ? ਉੱਠ ਤੇ ਕੀ ਕਰ। ਉਹਨੇ ਫੜੇ, ਜਦੋਂ ਫੜਿਆ ਤੇ ਕੀ ਆ ਗਈ ਹੋਈ? ਆਹ ਕੀ ਕਰ ਲਿਆ ਜੀ? ਦੇਖਿਆ ਉਹ ਕੀ ਕਰ ਰਿਹਾ? ਮੰਜੀ ਚੁੱਕ ਕੇ। ਤੇ ਸਦੂਕੇ ਫਰੀਸੀਆਂ ਨੂੰ ਕੀ ਲੱਗਦੇ?
ਇਹਦੇ ਪਾਪ ਕਿਉਂ ਮਾਫ ਹੋ ਗਏ ਨੇ? ਇਹ ਬੰਦਾ ਚੰਗਾ ਕਿਉਂ ਹੋ ਗਿਆ? ਮੇਰੇ ਪਿਆਰ, ਸ਼ੈਤਾਨ ਤੁਹਾਡੇ ਖਿਲਾਫ ਬੜਬੜ ਕਰੇਗਾ, ਤੂੰ ਕੀ ਕਰ ਰਿਹਾ, ਕੀ ਹੋ ਗਿਆ ਤੈਨੂੰ? ਪਰ ਤੁਹਾਨੂੰ ਪਤਾ ਤੁਹਾਡੇ ਅੰਦਰ ਆਤਮਿਕ ਸ਼ਾਂਤੀ ਦੇਣਾ, ਤੁਹਾਨੂੰ ਪਤਾ ਪ੍ਰਭੂ ਯਿਸੂ ਮਸੀਹ ਨੇ ਮੇਰੇ ਨਾਲ ਗੱਲ ਕੀਤੀ ਆ। ਅੱਜ ਮੈਂ ਆਪਣੇ ਪਾਪਾਂ ਦੀ ਮੰਜੀ ਨੂੰ, ਅੱਜ ਮੈਂ ਆਪਣੇ ਪਾਪਾਂ ਦੇ ਆਨੰਦ ਨੂੰ ਆਪਣੇ ਸਰੀਰ ਤੋਂ, ਆਪਣੇ ਮਨ ਤੋਂ ਕੀ ਕਰ ਰਿਹਾ ਹਾਂ? ਤੂੰ ਲਿਖਿਆ ਅਗਲੇ ਦਿਨ ਆ ਕੇ ਕਿੱਥੇ ਮਿਲਿਆ ਉਹਨੂੰ? ਪਹਿਲੇ ਦਿਨ ਕਿੱਥੇ ਸੀ? ਉਹ ਬਿਮਾਰਾਂ ਦੇ ਝੁੰਡ ਦੇ ਵਿੱਚ। ਅਗਲੇ ਦਿਨ ਕਿੱਥੇ ਆ ਕੇ ਮਿਲਿਆ ਉਹਨੂੰ? ਹੈਕਲ ਦੇ ਵਿੱਚ। ਇਹ ਫਰਕ ਹੁੰਦਾ ਜਿਹੜਾ ਪਰਮੇਸ਼ਰ ਦੇ ਵਚਨ ਦੇ ਦੁਆਰਾ ਚੰਗਾ ਹੁੰਦਾ ਆ, ਉਹਦੇ ਚਮਤਕਾਰ ਵੀ ਦਿਖਦਾ ਸੀ ਉਹ। ਪਰ ਉਹ ਕਹਿੰਦਾ ਚਮਤਕਾਰਾਂ ਦੇ ਦੁਆਰਾ ਨਹੀਂ, ਅੱਜ ਦਿਨ ਮੈਂ ਆਪਣੇ ਵਚਨਾਂ ਦੁਆਰਾ ਕੀ ਕਰਾਂਗਾ। ਜਿਹੜਾ ਚਮਤਕਾਰਾਂ ਦੇ ਦੁਆਰਾ ਚੰਗਾ ਉਹਨਾਂ ਦਾ ਕੋਈ ਪਤਾ ਨਹੀਂ, ਇਹ ਵਚਨਾਂ ਦੇ ਦੁਆਰਾ ਚੰਗਾ ਆ। ਅਗਲੇ ਦਿਨ ਕਿੱਥੇ ਮਿਲ ਰਿਹਾ ਜਾ ਕੇ ਉਹਨੂੰ? ਤੇ ਪ੍ਰਭੂ ਯਿਸੂ ਮਸੀਹ ਨੇ ਫੇਰ ਇਹਦੇ ਨਾਲ ਗੱਲ ਕੀਤੀ, ਕਹਿੰਦਾ ਦੁਬਾਰਾ ਕੀ ਨਾ ਕਰੀ, ਦੁਬਾਰਾ ਉਸ ਮੰਜੀ ਨੂੰ ਫੜਨ ਦੀ ਕੋਸ਼ਿਸ਼, ਦੁਬਾਰਾ ਉਸ ਪਾਪ ਦਾ ਆਨੰਦ ਲੈਣ ਦੀ ਕੋਸ਼ਿਸ਼। ਅੱਜ ਅਸੀਂ ਪਾਪਾਂ ਤੋਂ ਦੁਖੀ ਹਾਂ, ਪਰ ਕਿਤੇ ਨਾ ਕਿਤੇ ਅਸੀਂ ਆਪਣੇ ਪਾਪਾਂ ਦਾ ਕੀ ਉਠਾ ਰਹੇ ਹਾਂ? ਮਜ਼ਾ ਵੀ ਲੈ ਰਹੇ, ਆਪਣੀ ਉਸ ਬੁਰੀ ਆਦਤ ਦਾ ਕੀ ਲੈ ਰਹੇ ਹਾਂ? ਮਜ਼ਾ ਲੈ। ਉਹ ਹੈ ਉਸ 36 ਸਾਲ ਦੇ ਮਰੀਜ਼ ਦੇ ਸਮਾਨ ਮੰਜੀ ਤੇ ਲੇਟ ਜਾਣਾ। ਪਰ ਪਰਮੇਸ਼ਰ ਦਾ ਵਚਨ ਆਏਗਾ, ਤੁਹਾਡੀਆਂ ਮੰਜੀਆਂ ਤੜਵਾ ਕੇ ਬਾਹਰ ਸੁੱਟ ਦੇਗਾ। ਤੁਹਾਨੂੰ ਕਿੱਥੇ ਲੈ ਕੇ ਜਾਏਗਾ? ਉਹ ਕਹਿੰਦਾ ਮੈਂ ਨਹੀਂ ਕਰਾਂਗਾ। ਕਹਿੰਦਾ ਜਾ, ਤੇਰੇ ਪਾਪ ਕੀ ਹੋ ਗਈ ਹੈ। ਹਾਲੇਲੂਇਆ। ਇਸ ਕਰਕੇ ਉਹਦੇ ਤੋਂ ਦੂਰ ਰਹਿਣ ਦਾ ਫਾਇਦਾ ਨਹੀਂ ਹੈ ਕੁਝ ਵੀ। ਉਹਦੇ ਨਜ਼ਦੀਕ ਆਓ ਤਾਂ ਹੀ ਤੇ ਤੁਹਾਨੂੰ ਆਤਮਾ ਚ ਸ਼ਾਂਤੀ ਦੇ ਕੀ ਮਿਲੇਗਾ। ਪਤਾ ਸੀ ਕਿੱਥੇ ਚੱਲ ਰਿਹਾ ਸੀ? ਇਸੇ ਕਾਰਨ ਕਿੰਨੀ ਵਾਰ ਇਨਕਾਰ ਕਰ ਗਿਆ। ਹਾਲੇਲੂਇਆ। ਅੱਗੇ ਵਧਦੇ ਹਾਂ ਜੀ। ਲੂਕਾ ਦੀ ਇੰਜੀਲ 18 ਬਾਬ 13 ਵਚਨ। ਪਰ ਉਸ ਮਸੂਲੀਏ ਨੇ ਕੁਝ ਫਰਕ ਨਾਲ ਇੱਥੇ ਦੋ ਜਣੇ ਦੁਆ ਕਰਨ ਆਏ। ਪ੍ਰਭੂ ਯਿਸੂ ਮਸੀਹ ਦ੍ਰਿਸ਼ਟਾਂਤ ਦੇ ਰਿਹਾ, ਕਹਿੰਦੇ ਹੈਕਲ ਦੇ ਵਿੱਚ ਦੋ ਜਣੇ ਪ੍ਰਾਰਥਨਾ ਕਰਨ ਲਈ ਆਏ। ਤੇ ਥੋੜਾ ਜਿਹਾ ਪਹਿਲਾਂ ਪੜ੍ਹ ਦਿਓ ਜਿੱਥੋਂ ਕਹਾਣੀ ਸ਼ੁਰੂ ਹੁੰਦੀ ਹੈ। ਮੈਂ ਸੱਚ ਜੀ ਉਸ ਨੇ ਕਈਆਂ ਨੂੰ ਜਿਹੜੇ ਆਪਣੇ ਉੱਤੇ ਭਰੋਸਾ ਰੱਖਦੇ ਸਨ, ਹਾਂ। ਭਈ ਅਸੀਂ ਧਰਮੀ ਹਾਂ ਹਾਂ। ਅਤੇ ਹੋਰਨਾਂ ਨੂੰ ਤੁਛ ਜਾਣਦੇ ਸਨ, ਇਹ ਦ੍ਰਿਸ਼ਟਾਂਤ ਵੀ ਦਿੱਤਾ। ਕਹਿੰਦਾ ਉਹ ਪ੍ਰਭੂ ਯਿਸੂ ਮਸੀਹ ਇੱਕ ਦ੍ਰਿਸ਼ਟਾਂਤ ਦੇ ਰਹੇ ਨੇ ਕਿ ਇਹ ਕੁਝ ਲੋਕ ਆਪਣੇ ਆਪ ਨੂੰ ਧਰਮੀ ਸਮਝਦੇ ਨੇ, ਦੂਸਰੇ ਨੂੰ ਕੀ ਸਮਝਦੇ ਨੇ? ਕੁਝ ਸਮਝਦੇ ਨੇ। ਇਹ ਦ੍ਰਿਸ਼ਟਾਂਤ ਦਿੱਤਾ। ਹਾਂ। ਕਿ ਦੋ ਮਨੁੱਖ ਪ੍ਰਾਰਥਨਾ ਕਰਨ ਲਈ ਹੈਕਲ ਵਿੱਚ ਗਏ, ਹਾਂ। ਇੱਕ ਫਰੀਸੀ ਅਤੇ ਦੂਆ ਮਸੂਲੀਆ। ਇੱਕ ਫਰੀਸੀ ਸੀ ਤੇ ਦੂਸਰਾ ਕੀ ਸੀ? ਮਸੂਲੀਆ। ਹਾਂ। ਫਰੀਸੀ ਨੇ ਖਲੋ ਕੇ ਆਪਣੇ ਜੀ ਵਿੱਚ ਐਵੇਂ ਪ੍ਰਾਰਥਨਾ ਫਰੀਸੀ ਥੋੜਾ ਜਿਹਾ ਪਵਿੱਤਰ ਸਥਾਨ ਤੋਂ ਅੱਗੇ ਹੋ ਕੇ ਅਤ ਪਵਿੱਤਰ ਸਥਾਨ ਦੇ ਨੇੜੇ ਜਾ ਕੇ ਦੁਆ ਕਰ ਰਿਹਾ ਆ। ਕੀ ਕਹਿੰਦਾ? ਹੁਣ ਇੱਥੇ ਉਹਨਾਂ ਦੀ ਮਾਨਸਿਕਤਾ ਦੀ ਅਸੀਂ ਕੀ ਗੱਲ ਕਰਨੀ ਅੱਜ, ਕਿਉਂਕਿ ਪਰਮੇਸ਼ਰ ਦਾ ਵਚਨ ਸਿਰਫ ਇੱਕ ਪੁਆਇੰਟ ਤੇ ਗੱਲ ਨਹੀਂ ਕਰਦਾ। ਪਰਮੇਸ਼ਰ ਦਾ ਵਚਨ 100,000 ਪੁਆਇੰਟ ਤੇ ਕੀ ਕਰਦਾ ਹੈ? ਗੱਲ ਕਰਦਾ। ਅੱਜ ਅਸੀਂ ਇਹ ਦੇਖਣਾ ਕਿ ਉਹ ਅੱਗੇ ਕਿਉਂ ਸੀ ਤੇ ਇਹ ਪਿੱਛੇ ਕਿਉਂ ਸੀ। ਮਸੂਲੀਆ ਕਿੱਥੇ ਹੈ ਜੀ? ਬੇਸ਼ੱਕ ਜੀਵਨ ਕੀ ਕੈਸਾ ਹੈ, ਪ੍ਰਭੂ ਨੂੰ ਪਸੰਦ ਆਉਣ ਵਾਲਾ ਜੀਵਨ ਨਹੀਂ ਆ, ਪਰ ਤਾਂ ਵੀ ਅੱਗੇ ਵੱਧਦਾ ਹੈ। ਪਰ ਇਹ ਇਨਸਾਨ ਦੇ ਅੰਦਰ ਇੰਨੀ ਹਿੰਮਤ ਕਿਉਂ ਨਹੀਂ ਹੈ ਕਿ ਕਿੱਥੇ ਜਾ ਸਕੇ? ਕਿਉਂਕਿ ਇਹ ਕੀ ਆ? ਪੜ੍ਹੀਏ ਹੁਣ 18 ਵਚਨ 13 ਵਚਨ। ਹਾਂ 13। ਪਰ ਉਸ ਮਸੂਲੀਏ ਨੇ ਕੁਝ ਫਰਕ ਨਾਲ ਉੱਥੇ ਮਸੂਲੀਆ ਤੇ ਮਸੂਲੀਆ ਕੀ ਕਰ ਰਿਹਾ ਜੀ? ਫਰਕ ਆ। ਕਿੱਥੇ ਆ? ਉਹ ਪਿੱਛੇ ਆ। ਉਹ ਫਰਕ ਕਿਉਂ ਆ? ਆਪ ਆਪਣੀ ਜ਼ਬਾਨੋਂ ਕਹਿੰਦਾ। ਹਾਂ। ਪਰ ਉਸ ਮਸੂਲੀਏ ਨੇ ਕੁਝ ਫਰਕ ਨਾਲ ਖੜੋ ਕੇ ਇਹਨਾਂ ਵੀ ਨਾ ਚਾਹਿਆ, ਹਾਂ। ਜੋ ਆਪਣੀਆਂ ਅੱਖੀਆਂ ਆਕਾਸ਼ ਦੀ ਵੱਲ ਚੁੱਕੇ, ਹਾਂ। ਸਗੋਂ ਆਪਣੀ ਛਾਤੀ ਪਿੱਟਦਾ ਅਤੇ ਇਹ ਕਹਿੰਦਾ ਸੀ ਕਿ हे ਪਰਮੇਸ਼ਵਰ, ਮੈਂ ਪਾਪੀ ਉੱਤੇ ਦਇਆ ਕਰ। ਹਾਂ। ਸਿਰਫ ਇਹ ਕਹਿੰਦਾ ਸੀ ਮੈਂ ਕੀ ਆ? ਮੈਂ ਪਾਪੀ ਆ। ਇਸ ਕਾਰਨ ਪ੍ਰਭੂ ਮੈਂ ਅੱਗੇ ਕੀ ਨਹੀਂ ਕਰ ਸਕਦਾ। ਹਾਲਾਂਕਿ ਅੱਗੇ ਜਾ ਕੇ ਪਰਮੇਸ਼ਰ ਦੇ ਸਾਹਮਣੇ ਕੋਲ ਜਾ ਕੇ ਪਰਮੇਸ਼ਰ ਕੋਲ ਕੀ ਕਰ ਸਕਦੇ ਸੀ? ਬੇਨਤੀ ਕਰ ਸਕਦੇ ਸੀ। ਇਹਦੀ ਹਿੰਮਤ ਕਿਉਂ ਨਹੀਂ ਪੈ ਰਹੀ? ਕਿਉਂਕਿ ਕਿੱਥੇ ਹੈ? ਪਿੱਛੇ ਕਿਉਂ ਆ? ਪਾਪ ਦੇ ਕਾਰਨ। ਕੁਝ ਗਲਤੀਆਂ ਨੇ ਜੀਵਨ ਦੇ, ਕੁਝ ਕਮੀਆਂ ਨੇ ਜਿਹਦੇ ਕਾਰਨ ਹਿੰਮਤ ਨਹੀਂ ਪੈ ਰਹੀ ਕਿ ਮੈਂ ਪਵਿੱਤਰ ਸਥਾਨ ਤੋਂ ਥੋੜਾ ਜਿਹਾ ਕੀ ਵੱਧ ਜਾਵਾਂ, ਅੱਗੇ ਵੱਧ ਜਾਵਾਂ। ਇਰਸ਼ਿਆ ਦੀ ਪੱਤਰੀ 2 ਬਾਬ 13 ਵਚਨ। ਪਰ ਹੁਣ ਮਸੀਹ ਯਿਸੂ ਵਿੱਚ ਤੁਸੀਂ ਜੋ ਅੱਗੇ ਸਾਓ, ਹਾਂ। ਮਸੀਹ ਦੇ ਲਹੂ ਦੇ ਕਾਰਨ ਨੇੜੇ ਕੀਤੇ ਗਏ ਹੋ। ਕਹਿੰਦਾ ਹੁਣ ਜਿਹੜੇ ਤੁਸੀਂ ਪ੍ਰਭੂ ਪਹਿਲਾਂ ਤੁਸੀਂ ਦੂਰ ਸੀ, ਯਿਸੂ ਮਸੀਹ ਦੇ ਲਹੂ ਦੇ ਕਾਰਨ ਕੀ ਕੀਤੇ ਗਏ ਜੇ ਹੁਣ ਜਿਹੜੇ। ਉਹਨੇ ਇਹ ਸਿਸਟਮ ਸਾਡੇ ਵਾਸਤੇ ਬਣਾ ਦਿੱਤਾ। ਉਹਨੂੰ ਪਤਾ ਪਾਪ ਕੀ ਨਹੀਂ ਕਰ ਸਕਦੇ। ਇਹਨਾਂ ਨੂੰ ਮੇਰੇ ਨਜ਼ਦੀਕ ਆਉਣ ਨਹੀਂ ਦੇਣਗੇ। ਇਹਨਾਂ ਦੀ ਗਲਤੀਆਂ ਇਹਨਾਂ ਨੂੰ ਮੇਰੇ ਨਜ਼ਦੀਕ ਨਹੀਂ ਆਉਣ ਦੇਣਗੀਆਂ। ਪਰ ਉਹਨਾਂ ਪਾਪਾਂ ਦੀ ਸ਼ੁੱਧਤਾਈ ਦੇ ਲਈ, ਉਹਨਾਂ ਪਾਪਾਂ ਤੋਂ ਠੀਕ ਕਰਨ ਦੇ ਲਈ ਯਿਸੂ ਮਸੀਹ ਨੇ ਆਪਣਾ ਲਹੂ ਮੁਹੱਈਆ ਕਰਵਾ ਦਿੱਤਾ ਸੀ।
कहता जो इस लहू ते विश्वास करेगा, जो इस लहू ते यकीन करेगा, ਉਹਦੇ ਸਾਰੇ ਪਾਪ ਕੀ ਹੋ ਜਾਣਗੇ। ਦੂਰ ਰੱਖਣ ਵਾਲੀ ਚੀਜ਼ ਸਾਰੀ ਕੀ ਹੋ ਜਾਵੇਗੀ? ਗਾਇਬ ਹੋ ਜਾਵੇਗੀ। ਦੂਰ ਰੱਖਣ ਵਾਲੀ ਚੀਜ਼ ਸਾਰੀ ਧੁੱਪ ਜਾਵੇਗੀ। ਤੁਸੀਂ ਸ਼ੁੱਧ ਹੋ ਜਾਓਗੇ। ਤੁਸੀਂ ਕੀ ਹੋ ਜਾਓਗੇ? ਤਾਂ ਹੀ ਲਿਖਿਆ ਪ੍ਰਭੂ ਯਿਸੂ ਮਸੀਹ ਦਾ ਲਹੂ ਸਾਨੂੰ ਸਾਰੇ ਪਾਪਾਂ ਤੋਂ ਕੀ ਕਰਦਾ ਹੈ। ਹਾਲੇਲੂਇਆ। ਅੱਜ ਉਹਦੇ ਲਹੂ ਤੇ ਵਿਸ਼ਵਾਸ ਕਰੋ। ਉਹਨੇ ਸਿਸਟਮ ਬਣਾ ਦਿੱਤਾ ਆ, ਉਹਨੇ ਪ੍ਰਾਵਧਾਨ ਦੇ ਦਿੱਤਾ ਆ। ਤੁਸੀਂ ਜਿਹੜੇ ਦੂਰ ਸੀ ਤੁਹਾਨੂੰ ਕੀ ਕੀਤਾ ਗਿਆ ਆ? ਨਜ਼ਦੀਕ ਕਰਨ ਦਾ ਇੱਕ ਇੰਤਜ਼ਾਮ ਕਰ ਦਿੱਤਾ ਗਿਆ ਆ। ਉਹ ਆ ਮੇਰਾ ਪਵਿੱਤਰ ਲਹੂ। ਤੋਂ ਹੁਣ ਜਰਾ ਇੱਕ ਆਇਤ ਪੜ੍ਹ ਕੇ ਅਸੀਂ ਸਮਾਪਤ ਕਰਨ ਜਾ ਰਹੇ, ਪਰ ਵੇਖਾਂਗੇ ਕਿ ਪੁਰਾਣੇ ਨਿਯਮ ਦੇ ਸੰਤ ਇਸ ਨਜ਼ਦੀਕੀ ਨੂੰ ਕੀ ਕਹਿੰਦੇ ਸੀ। ਪੁਰਾਣੇ ਨਿਯਮ ਦੇ ਸੰਤ ਇਸ ਨਜ਼ਦੀਕੀ ਦੇ ਲਈ ਕੀ ਸੋਚਦੇ ਸੀ। ਪੜ੍ਹਦੇ ਹਾਂ ਜੀ ਇਬਰਾਨੀਆਂ 11 ਬਾਬ ਉਹਦਾ 13 ਵਚਨ। ਇਬਰਾਨੀਆਂ 11 ਦੀ 13। ਇਹ ਸਭੇ ਨੇਚਾ ਵਿੱਚ ਮਰ ਗਏ। ਲਿਖਿਆ ਪੁਰਾਣੇ ਨਿਯਮ ਦੇ ਕੋਈ ਸੰਤਾਂ ਦੀ ਗੱਲ ਦੱਸ ਕੇ ਦਾਊਦ, ਇਬਰਾਹੀਮ, ਇਹ ਸਭਨਾਂ ਦੀ, ਮੂਸਾ ਦੀ ਗੱਲ ਦੱਸ ਕੇ ਕਹਿੰਦਾ ਸਭ ਕੀ ਹੋ ਗਏ ਨੇ? ਵਿਸ਼ਵਾਸ ਕਰਦੇ ਕਰਦੇ ਨੇਚਾ ਵਿੱਚ ਕੀ ਹੋ ਗਏ? ਮਰ ਗਏ। ਹਾਂ, ਅਤੇ ਉਹਨਾਂ ਨੂੰ ਦਿੱਤੇ ਹੋਏ ਵਚਨ ਪ੍ਰਾਪਤ ਨਾ ਹੋਏ। ਕਹਿੰਦਾ ਉਹਨਾਂ ਨੂੰ ਦਿੱਤੇ ਹੋਏ ਵਾਅਦੇ ਜਾਂ ਵਚਨ ਕੀ ਨਹੀਂ ਹੋਏ? ਪ੍ਰਾਪਤ ਨਹੀਂ ਹੋਏ। ਉਹਨਾਂ ਨਾਲ ਕੋਈ ਵੀ ਵਾਅਦਾ ਮੇਰੇ ਪਿਆਰੇ ਪ੍ਰਾਪਤ ਹੋਇਆ ਹੀ ਨਹੀਂ। ਉਹਨਾਂ ਨੂੰ ਕੋਈ ਵਾਅਦਾ ਮਿਲਿਆ ਹੀ ਨਹੀਂ। ਸਾਨੂੰ ਤੇ ਵਾਅਦਾ ਮਿਲਿਆ ਨਾ, ਮੇਰੇ ਕੋਲੋਂ ਮੈਂ ਕੀ ਦਵਾਂਗਾ ਤੁਹਾਨੂੰ? ਮੈਂ ਆਵਾਂਗਾ ਤੁਹਾਨੂੰ ਕੀ ਕਰਾਂਗਾ? ਜਿੱਥੇ ਮੈਂ ਹੋਊਂਗਾ ਤੁਸੀਂ। ਸਭ ਤੋਂ ਵੱਡਾ ਵਾਅਦਾ ਸਾਡੇ ਨਾਲ, ਬਾਈਬਲ ਦਾ ਸਭ ਤੋਂ ਵੱਡਾ ਵਾਅਦਾ ਪ੍ਰਭੂ ਯਿਸੂ ਮਸੀਹ ਦਾ ਕਹਿੰਦਾ ਵੇਖੋ ਮੈਂ ਜਾਂਦਾ ਹਾਂ ਤੇ ਜਾ ਕੇ ਕੀ ਕਰਦਾ ਹਾਂ, ਤੇ ਫਿਰ ਮੈਂ ਆਵਾਂਗਾ ਤੁਹਾਨੂੰ ਕੀ ਕਰਾਂਗਾ। ਤੇ ਜਿੱਥੇ ਮੈਂ ਹੋਵਾਂਗਾ, ਇਸ ਤੋਂ ਲੰਬਾ ਵਾਅਦਾ ਕਦੇ ਨਹੀਂ ਬਾਈਬਲ 'ਚ ਅਸੀਂ ਦੇਖਦੇ। ਇਹ ਸਭ ਤੋਂ ਲੰਬਾ ਵਾਅਦਾ ਕਿਹਨਾਂ ਨਾਲ? ਪਰ ਕਹਿੰਦੇ ਕਿ ਪੁਰਾਣੇ ਨਿਯਮ ਦੇ ਸੰਤਾਂ ਨੇ ਦੂਰੋਂ ਇਹ ਵਾਅਦੇ ਸਾਡੇ ਜੀਵਨਾਂ 'ਚ ਸਾਡੇ ਲਈ ਪੂਰੇ ਹੁੰਦੇ ਵੇਖੇ। ਉਹਨਾਂ ਵੇਖਿਆ ਕਿ 2021 ਦੇ ਵਿੱਚ ਇਹ ਕੁਝ ਲੋਕ ਬੈਠੇ ਨੇ ਇਸ ਘਰ ਦੇ ਵਿੱਚ, ਔਰ ਉਹਨਾਂ ਦੇ ਨਾਲ ਤੇ ਸਾਰੇ ਕੀ ਹੋ ਗਏ ਨੇ? ਪਰਮੇਸ਼ਰ ਨੇ ਦੂਰੋਂ ਵਿਖਾਇਆ ਨਾ ਉਹਨਾਂ ਨੂੰ। 2021 ਦੇ ਵਿੱਚ ਕਲੀਸਿਆ ਆਵੇਗੀ, ਬੈਠੇ ਹੋਣਗੇ, ਵਚਨ ਸੁਣਾਇਆ ਜਾ ਰਿਹਾ ਹੋਏਗਾ, ਪਰ ਉਹ ਸਾਡੇ ਵਰਗੇ ਨਹੀਂ ਹੋਣਗੇ। ਉਹ ਅਸੀਂ ਤੇ ਵਾਅਦੇ ਸਿਰਫ ਵੇਖ ਸਕਦੇ ਆ। ਉਹਨਾਂ ਦੇ ਨਾਲ ਕੀ ਹੋਏ ਨੇ? ਪੂਰੇ। ਜਦੋਂ ਦੂਰੋਂ ਵੇਖਿਆ ਕਿ ਇਹ ਵਾਅਦੇ ਪੂਰੇ ਹੋਏ ਨੇ। ਹਾਂ, ਪਰ ਉਹ ਦੂਰੋਂ ਉਹਨਾਂ ਨੂੰ ਵੇਖ ਕੇ ਜੀ ਆਇਆਂ ਨੂੰ ਆਖਿਆ। ਦੂਰੋਂ ਕੀ ਕਹਿ ਰਹੇ ਨੇ? ਹੁਣ ਜੀ ਆਇਆਂ ਕਿਹਨੂੰ ਕਹਿੰਦੇ ਤੁਸੀਂ? ਇੱਧਰ ਵੇਖੋ ਮੇਰੇ ਵੱਲ। ਜਦੋਂ ਕੋਈ ਤੁਹਾਡੇ ਘਰ ਕੋਈ ਖਾਸ ਮਹਿਮਾਨ ਹੁੰਦਾ, ਪਰ ਉਹਨਾਂ ਦੇ ਘਰ ਤੇ ਆਏ ਨਹੀਂ। ਉਹਨਾਂ ਦੇ ਜੀਵਨ ਤੇ ਕੀ ਨਹੀਂ ਹੋਇਆ? ਦੂਰੋਂ ਉਹਨਾਂ ਆ ਕੇ ਦੂਰੋਂ ਵੇਖ ਕੇ ਕਿਹਾ ਖੁਸ਼ਾਮਦੀਦ, ਜੀ ਆਇਆਂ ਨੂੰ, ਵੈਲਕਮ, ਪਰ ਉਹਨਾਂ ਨੂੰ ਮਿਲਿਆ ਨਹੀਂ। ਹੁਣ ਮੰਨ ਲਓ ਪ੍ਰਾਹੁਣੇ ਉਹ ਪਰਲੇ ਘਰ ਆਏ ਹੋਣ, ਤੁਸੀਂ ਇੱਥੇ ਦੂਰੋਂ ਖਲੋ ਕੇ ਆਓ ਜੀ ਆਇਆਂ ਨੂੰ, ਜੀ ਆਇਆਂ ਨੂੰ, ਪਰ ਪ੍ਰਾਹੁਣੇ ਕਿੱਧਰ ਵੜ ਜਾਣ? ਪਰ ਤਾਂ ਵੀ ਤੁਹਾਡੇ ਆਨੰਦ ਦਾ, ਖੁਸ਼ੀ ਦਾ ਕੀ ਨਾ ਰਵੇ ਕੋਈ। ਉਹਨਾਂ ਨੇ ਯਿਸੂ ਮਸੀਹ ਨੂੰ ਆਉਂਦਾ ਦੇਖ ਲਿਆ। ਉਹਨਾਂ ਨੇ ਯਿਸੂ ਮਸੀਹ ਨੂੰ ਬਦਲਾ ਦੇ ਆਉਂਦਾ ਕੀ ਕਰ ਲਿਆ? ਆਪਣੇ ਵਾਸਤੇ ਨਹੀਂ, ਸਾਡੇ ਵਾਸਤੇ। ਤੇ ਉੱਥੇ ਵੇਖ ਕੇ ਉਹਨੇ ਖੁਸ਼ ਹੋ ਰਹੇ ਨੇ। ਕੀ ਕਹਿ ਰਹੇ ਨੇ? ਜੀ ਆਇਆਂ। ਤੇ ਅਸੀਂ ਜਿਨ੍ਹਾਂ ਦੇ ਘਰ ਉਸ ਦੂਲੇ ਨੇ ਆਉਣਾ, ਉਹਨਾਂ ਦਾ ਚਿਹਰਾ ਵੇਖ ਲਓ ਤੁਸੀਂ। ਤੂੰ ਬੁਲਾ ਕਿਉਂ ਰਿਹਾ ਸਾਨੂੰ? ਸਾਡਾ ਜੀਵਨ ਦੇਖ ਲਓ। ਉਹਨਾਂ ਨੂੰ ਜਿਨ੍ਹਾਂ ਨੂੰ ਵਿਚਾਰਨ ਨੂੰ ਕੁਛ ਨਹੀਂ ਮਿਲਿਆ, ਉਹ ਦੂਰੋਂ ਹੀ ਖੁਸ਼ ਹੋ ਕਰੇ ਖੁਸ਼ਾਮਦੀਦ, ਵੈਲਕਮ। ਪ੍ਰਭੂ ਯਿਸੂ ਮਸੀਹ ਤੁਸੀਂ ਆ ਰਹੇ ਹੋ ਦੁਲਹਨ ਨੂੰ ਲੈਣ ਦੇ ਲਈ, ਤੇ ਦੁਲਹਨ ਅਜੇ ਆਪਣੇ ਕੰਮਾਂ 'ਚ ਮਸਤ। ਪਰਵਾਹ ਨਹੀਂ। ਉਹ ਸਾਡੇ ਨਾਲ ਤੇ ਉਹ ਵੀ ਨਹੀਂ ਕੰਮ ਹੋਣਾ ਕਿ ਵੇੜੇ ਆਈ ਜੰਜ ਤੇ ਵੇਨੋ ਕੁੜੀ ਦੇ। ਇਹ ਪਹਿਲਾਂ ਤਿਆਰੀ ਕਰਨੀ ਪੈਣੀ ਹੈ। ਦੁਲਹਨ ਦਾ ਹਾਲ ਵੇਖ, ਦੁਲਹਨ ਹਜੇ ਵੀ ਜੁੱਤੀ ਪਾ ਕੇ ਕਿੱਥੇ ਘੁੰਮ ਰਹੀ ਆ, ਹਜੇ ਆਪਣੀ ਪੁਰਾਣਾ ਸੋਚਣ ਕਿੱਥੇ ਆ। ਹਾਲਾਂਕਿ ਦੁਲਹਨ ਨੂੰ ਕਿੱਥੇ ਆ ਜਾਣਾ ਚਾਹੀਦਾ ਸੀ। ਦੇਖੋ ਨਾ, ਉਹ ਤੇ ਦੂਰੋਂ ਵੈਲਕਮ ਕਹਿ ਰਹੇ, ਤੇ ਅਸੀਂ ਤੇ ਨਾਲ ਜਾਣਾ। ਅਸੀਂ ਨੇ ਕਿੱਥੇ ਜਾਣਾ? ਦੂਰੋਂ ਹੀ ਆਪਣੇ ਵੇਖ ਕੇ ਜੀਆਂ ਨੂੰ ਕਿਹਾ। ਹਾਂ, ਪੜ੍ਹ ਦਈਏ। ਅਤੇ ਮੰਨ ਲਿਆ ਭਈ ਅਸੀਂ ਧਰਤੀ ਉੱਤੇ ਓਪਰੇ ਅਤੇ ਪਰਦੇਸੀ ਹਾਂ। ਹਾਲੇਲੂਇਆ। ਉਹਨਾਂ ਮੰਨ ਲਿਆ ਜਿਨ੍ਹਾਂ ਦੀ ਹਾਲੇ ਮੰਨਣਾ ਨਹੀਂ ਸੀ, ਜਿਨ੍ਹਾਂ ਨੂੰ ਕੋਈ ਲੋੜ ਨਹੀਂ ਸੀ। ਉਹਨਾਂ ਵੀ ਕਰ ਲਿਆ ਜੀ। ਤੇ ਜਿਨ੍ਹਾਂ ਨੇ ਮੰਨਣਾ, ਪੱਕੇ ਡੇਰੇ ਲਾ ਕੇ ਬੈਠੇ। ਵੇਖੋ ਨਾ ਤੁਸੀਂ, ਸੋਚ ਕੀ ਸਾਡੀ।
ਜਿਨ੍ਹਾਂ ਨੂੰ ਲੋੜ ਨਹੀਂ ਸੀ ਉਹਨਾਂ ਨੇ ਦੂਰੋਂ ਵੇਖ ਕੇ ਕਹਿੰਦਾ ਨਹੀਂ ਜੀ ਅਸੀਂ ਓਪਰੇ ਤੇ ਕੀ ਆ। ਤੇ ਜਿਨ੍ਹਾਂ ਨੇ ਓਪਰੇ ਦੇ ਪਰਦੇਸੀ ਬਣਨਾ ਉਹ ਕਹਿੰਦਾ ਨਹੀਂ 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 ਟਿਕਾਵਾਂਗੇ। ਇਹ ਸਭ ਕੁਝ ਠੀਕ ਹੈ। ਦੇਖੋ ਆਪਣੀ ਜਿਨ੍ਹਾਂ ਨੇ ਜੁੱਤੀ ਲਾ ਲਈ ਤੇ ਜਿਨ੍ਹਾਂ ਨੇ ਨਹੀਂ ਲਾਈ ਉਹਨਾਂ ਦੀ ਸੋਚ 'ਚ ਫਰਕ ਵੇਖ ਲਓ। ਉਹ ਕਿਹਨਾਂ ਦੀ ਸੋਚ ਸੀ ਜਿਨ੍ਹਾਂ ਕੀ ਲਾ ਲਈ ਸੀ। ਅਸੀਂ ਜੁੱਤੀ ਨਹੀਂ ਲਾਈ ਤਾਂ ਇਹ ਕਹਿੰਦੇ ਨਹੀਂ ਅਸੀਂ ਸਭ ਕੁਝ ਇੱਥੇ ਹੀ ਆ। ਪਰ ਪਰਮੇਸ਼ਰ ਕਹਿੰਦਾ ਆਪਣੇ ਆਪ ਨੂੰ ਪਰਦੇਸੀ ਤੇ ਮੁਸਾਫਰ ਮੰਨਦੇ ਹੋਏ ਅਸੀਂ ਇੱਥੋਂ ਦੇ ਨਹੀਂ ਆ। ਹੁਣ ਥੋੜਾ ਬਹੁਤਾ ਮੁਸ਼ਕਲ ਪਰੇਸ਼ਾਨੀ ਤੁਹਾਨੂੰ ਕਿਉਂ ਹੈ? ਹੁਣ ਮੰਨ ਲਓ ਤੁਸੀਂ ਕਿਸੇ ਵਿਦੇਸ਼ ਜਾਂ ਦੂਸਰੇ ਬਾਹਰੀ ਦੇਸ਼ ਜਾ ਕੇ ਤੁਸੀਂ ਉੱਥੇ ਰਹਿ ਰਹੇ ਹੋ। ਤੁਹਾਨੂੰ ਪਤਾ ਮੇਰਾ ਇਹ ਟਿਕਾਣਾ ਇੱਕ ਦਿਨ ਮੈਂ ਆਪਣੇ ਵਤਨ ਕੀ ਹੋ ਜਾਣਾ ਚਲੇ। ਤੁਸੀਂ ਉੱਥੇ ਜਿਹੜੇ ਥੋੜੇ ਬਹੁਤੇ ਦੁੱਖ ਕਸ਼ਟ ਤੰਗੀ ਮੁਸੀਬਤ ਕੀ ਕਰ ਲਓਗੇ? ਤੁਸੀਂ ਉੱਥੇ ਆਪਣਾ ਘਰ ਨਹੀਂ ਬਣਾਓਗੇ, ਬਹੁਤ ਜ਼ਿਆਦਾ ਖਰਚ ਨਹੀਂ ਕਰੋਗੇ, ਕਿਸੇ ਮਾੜੀ ਮੋਟੀ ਸਿੰਪਲ ਕੀ ਕਰੋਗੇ? ਜ਼ਿੰਦਗੀ ਬਤੀਤ ਕਰੋਗੇ। ਪਤਾ ਇੱਕ ਦਿਨ ਕਿੱਥੇ ਚਲੇ ਜਾਣਾ। ਜੇ ਤੁਸੀਂ ਆਪਣੇ ਵਤਨ ਆਪਣੇ ਦੇਸ਼ ਵਾਪਸ ਆ ਜਾਓਗੇ ਨਾ ਫਿਰ ਤੁਹਾਨੂੰ ਕਿਸੇ ਵੀ ਚੀਜ਼ ਦੀ ਕੀ ਨਹੀਂ ਰਹੇਗੀ। ਮੁਸ਼ਕਲ ਉੱਥੇ ਚੱਲ ਲਓਗੇ, ਖੁਸ਼ੀ ਕਦੋਂ ਮਿਲੇਗੀ ਜਦੋਂ ਤੁਸੀਂ ਆਪਣੇ ਕਿੱਥੇ ਆ ਜਾਓਗੇ। ਵਤਨ ਵਾਪਸ। ਫਿਰ ਆ ਕੇ ਇੱਥੇ ਜੋ ਠੰਡ ਪਵੇਗੀ ਨਾ ਉਹ ਵੇਖਣ ਵਾਲੀ। ਸਾਡੇ ਗਵਾਂਢ ਚੋਂ ਇੱਕ ਭਾਈ ਚਲਾ ਗਿਆ ਪਾਕਿਸਤਾਨ ਕਰਤਾਰਪੁਰ ਸਾਹਿਬ, ਔਰ ਉੱਥੇ ਉਹਨੂੰ ਕੁਝ ਉੱਥੋਂ ਦੇ ਸਿੱਖ ਭਾਈ ਮਿਲੇ, ਔਰ ਉੱਥੋਂ ਦੇ ਬਟਾਲੇ ਦੇ ਲਾਗੇ ਦੇ ਸੀ, ਉੱਥੇ ਰਹਿੰਦੇ ਸੀ ਜਾ ਕੇ 47 ਤੋਂ ਉਧਰ ਚਲੇ ਗਏ। ਉਹਨਾਂ ਨੇ ਉਹਨੂੰ ਕਿਹਾ ਵੀ ਜਦੋਂ ਅਗਲੀ ਵਾਰ ਆਓਗੇ ਨਾ ਤੇ ਉੱਥੋਂ ਸਾਡੇ ਪਿੰਡ ਦੀ ਨਾ ਇੰਨੀ ਕੀ ਲੈ ਆਓ, ਮਿੱਟੀ ਲੈ ਆਓ। ਕੀ ਲੈ ਆਓ ਜੀ? ਹਾਲਾਂਕਿ ਮਿੱਟੀ 'ਚ ਕੁਛ ਹੈ ਥੋੜੀ ਨਾ। ਉਹ ਕਹਿੰਦੇ ਸੀ ਆਪਣੇ ਘਰ ਰੱਖਣੀ ਵੀ ਆਪਣੇ ਵਤਨ ਦੀ ਮਿੱਟੀ ਨਾਲ ਵੀ ਸਾਨੂੰ ਕੀ ਆ। ਤੁਹਾਡਾ ਵਤਨ ਕਿਹੜਾ? ਉਹਦੇ ਨਾਲ ਪਿਆਰ ਹੈਗਾ ਕਿ ਨਹੀਂ ਹੈਗਾ? ਪਿਆਰ ਕਿ ਨਹੀਂ ਉਹਦੇ ਨਾਲ? ਉਹ ਵਿਚਾਰੇ ਜਿਨ੍ਹਾਂ ਨੇ ਉੱਥੇ ਪਹੁੰਚਣਾ ਵੀ ਨਹੀਂ, ਉਹ ਵੇ ਦੂਰੋਂ ਇੰਨੇ ਖੁਸ਼ ਔਰ ਆਨੰਦ, ਉਹਨਾਂ ਉੱਥੇ ਸਭ ਕੁਝ ਕੀ ਕਰ ਦਿੱਤਾ। ਉਹਨਾਂ ਉੱਥੇ ਸਭ ਕੁਝ ਤਿਆਗ ਦਿੰਦਾ ਸੀ, ਓਪਰੇ ਤੇ ਕੀ ਆ। ਹਾਲਾਂਕਿ ਉਹਨਾਂ ਨਾਲ ਤੇ ਕੀ ਨਹੀਂ ਹੋਇਆ ਵਿਚਾਰਿਆਂ ਦੇ ਨਾਲ, ਸਾਡੇ ਨਾਲ ਕੀ ਹੋਣ ਵਾਲੇ। ਤਾਂ ਸਾਡਾ ਜੀਵਨ ਕੈਸਾ ਹੋਣਾ ਚਾਹੀਦਾ। ਉਹਨਾਂ ਆਗੇ ਪ੍ਰਭੂ ਕੋਲ ਆਉਣਾ ਨੂੰ ਪਹਿਲਾਂ ਜੁੱਤੀਆਂ ਲਾ ਕੀ ਕਰ ਦਿੰਦੀਆਂ, ਤੇ ਜਿਨ੍ਹਾਂ ਨੂੰ ਲੋੜ ਆ ਅੱਜ ਉਹਨਾਂ ਘੁੱਟ ਕੇ ਸੈਂਡਲ ਕੀ ਕਰ ਲਏ ਨੇ, ਪੀਤੇ ਕੱਸੇ ਤਸਮੇ ਬੰਦ ਕੀਤੇ। ਪ੍ਰਭੂ ਆ ਸੋਚ ਨਹੀਂ ਛੱਡਣੀ, ਅਸੀਂ ਸੰਸਾਰਿਕ ਸੋਚ ਨਹੀਂ ਛੱਡਣੀ, ਅਸੀਂ ਇਹ ਸੰਸਾਰ ਨੂੰ ਨਹੀਂ ਛੱਡਣਾ, ਤੈਨੂੰ ਛੱਡਣਾ ਮਨਜ਼ੂਰ ਹੈ। ਤਾਂ ਇਹ ਗੀਤ ਗਾਉਂਦੇ ਨੇ ਇੱਥੇ ਮਨ ਨਾ ਲਾਇਓ ਭਾਈਓ ਅਸੀਂ ਕੀ ਜਾਣਾ। ਭਾਈ ਸਭ ਮਿਲ ਕੇ ਬ੍ਰਦਰ ਕੇਸ਼ਵ ਜੀ ਦੇ ਨਾਲ ਉਸ ਗੀਤ ਨੂੰ ਗਾਵਾਂਗੇ, ਪ੍ਰਾਰਥਨਾ ਕਰੀਏ। ਵਤਨ ਸਿਓ ਨਹੀਂ ਸਾਡਾ ਯਾਰੋ ਅਸਲ ਟਿਕਾਣਾ ਹੈ, ਇੱਥੇ ਮਨ ਨਾ ਲਾਇਓ ਭਾਈਓ ਅਸੀਂ ਸਵਰਗੀ ਜਾਣਾ। ਹਾਲੇਲੂਇਆ ਹਾਲੇਲੂਇਆ। ਧੰਨਵਾਦ ਧੰਨਵਾਦ ਧੰਨਵਾਦ। ਹਾਲਾਂਕਿ ਮੰਨਣ ਦੀ ਜ਼ਰੂਰਤ ਕਿਹਨਾਂ ਨੂੰ ਆ? ਸਾਨੂੰ। ਅੱਜ ਇਸ ਗੀਤ ਗਾਉਂਦੇ ਗਾਉਂਦੇ ਆਪਣੇ ਲਈ ਆਤਮਿਕ ਬਲ ਵੀ ਪਾਓ ਔਰ ਇਸ ਗੱਲ ਲਈ ਪਿਆਰ ਵੀ ਹੋ ਜਾਓ। ਹਾਂਜੀ। ਇੱਥੇ ਮਨ ਨਾ ਲਾਇਓ ਭਾਈਓ ਅਸੀਂ ਸਵਰਗੀ ਜਾਣਾ ਏ। ਇੱਥੇ ਮਨ ਨਾ ਲਾਇਓ ਭਾਈਓ ਅਸੀਂ ਸਵਰਗੀ ਜਾਣਾ ਏ। ਇੱਥੇ ਮਨ ਨਾ ਲਾਇਓ ਭਾਈਓ ਤੁਸੀਂ ਸਵਰਗ ਜਾਣਾ ਹੈ। ਵਤਨ ਸਿਓ ਨਹੀਂ ਸਾਡਾ ਯਾਰੋ, ਵਤਨ ਸਿਓ ਨਹੀਂ ਸਾਡਾ
ਵਿੱਚ ਅਸੀਂ ਹਾਂ ਪਰਦੇਸੀ ਇਹ ਹੈ ਦੇਸ਼ ਪਰਾਇਆ। ਇਹ ਅਸਲ 'ਚ ਨਾਰਾ ਕਿਹਨਾਂ ਦਾ ਹੈ? ਸਾਡਾ। ਪਰ ਸਾਡੇ ਬਜ਼ੁਰਗਾਂ ਨੇ, ਸਾਡੇ ਉਹਨਾਂ ਨੇ ਜੋ ਪਰਮੇਸ਼ਰ ਦੇ ਨਾਲ ਜਿਨ੍ਹਾਂ ਸ਼ੁਰੂਆਤ ਕੀਤੀ ਸੀ, ਉਹਨਾਂ ਨੇ ਜਿਨ੍ਹਾਂ ਦੇ ਲਈ ਨਾਰਾ ਬਣਦਾ ਵੀ ਨਹੀਂ ਸੀ, ਉਹਨਾਂ ਨੇ ਖੁਸ਼ੀ ਦੇ ਨਾਲ ਇਹ ਨਾਰੇ ਨੂੰ ਲਾ ਦਿੱਤਾ। ਪਰ ਅਸਲ 'ਚ ਨਾਰੇ ਦੇ ਹੱਕਦਾਰ ਅਸੀਂ ਹਾਂ। ਦੁਨੀਆ ਵਿੱਚ ਅਸੀਂ ਹਾਂ ਪਰਦੇਸੀ ਇਹ ਹੈ ਦੇਸ਼ ਪਰਾਇਆ। ਆਪਣੇ ਆਪ ਨੂੰ ਕਹੀਏ ਜੋ ਜਗ ਤੇਰਾ ਨਹੀਂ ਇਸ ਜਗ ਵਿੱਚ ਐਵੇਂ ਮਨ ਕਿਉਂ ਲਾਇਆ। ਨਾ ਕੁਝ ਲੈ ਕੇ ਆਇਆ ਬੰਦਿਆ, ਨਾ ਕੁਝ ਲੈ ਕੇ ਆਇਆ ਬੰਦਿਆ, ਇਹ ਨਹੀਂ ਲੈ ਜਾਣਾ ਜਿਹੜੀ ਜੁੱਤੀ ਇੱਥੇ ਮਨ ਲਾਉਂਦੀ ਆ ਉਹਨੂੰ ਲਾ ਕੇ ਸੁੱਟ ਦਿਓ। स्वर्ग जाने वाली खुशखबरी दी प्यारी दी जुत्ती अपने प्यारी पा लो। हालेलुया। बाकी दा समा प्रभु दे दास दी हथ सौ। हालेलुया। खुदावन खुदा तेरा शुक्र तेरी तारीफ धन्यवाद हो आज इस सैशन दे वास्ते प्रभु ਜਦੋਂ ਤੂੰ ਸਾਡੇ ਨਾਲ ਗੱਲਾਂ ਕੀਤੀਆਂ खुदावन कि ਅਸੀਂ ਜੁੱਤੀ ਲਾ ਦਈਏ और सुसमाचार दी खुशखबरी दी जुत्ती पा लईए और खुदावन तेरी इच्छा दी जुत्ती पा लईए खुदावन ताकि खुदावन ਅਸੀਂ ਉਸ ਟਿਕਾਣੇ ਤੇ ਪਹੁੰਚੇ ਜਿਹੜਾ ਤੂੰ ਸਾਡੇ ਲਈ ਤਿਆਰ ਕੀਤਾ ਹੈ। ਵੱਡੀ ਕਿਰਪਾ ਕਰ ਤੇਰੇ ਦਾਸ ਨੂੰ ਵੀ ਹੋਰ ਰੂਹ ਦੇ ਜ਼ੋਰ ਨਾਲ ਇਸਤੇਮਾਲ ਕਰ ਔਰ ਸਾਰੀ ਕਲੀਸਿਆ ਤੇ ਵੀ ਤੁਹਾਡੀ ਕਿਰਪਾ ਚਾਹੁੰਦੇ ਜੋ ਅੱਜ ਰੋਜ਼ੇ ਵਿੱਚ ਹਨ ਉਹਨਾਂ ਦੇ ਵੀ ਤੁਹਾਡਾ ਧੰਨਵਾਦ ਹੋ। ਜੋ ਪ੍ਰਾਰਥਨਾ ਕਰ ਰਹੇ ਆਪਣੇ ਆਪਣੇ ਸਮੇਂ ਤੇ ਉਹਨਾਂ ਲਈ ਵੀ ਤੁਹਾਡਾ ਧੰਨਵਾਦ ਹੋ। ਵੱਡੀ ਕਿਰਪਾ ਕਰੋ ਖੁਦਾਵੰਦ ਖਾਸ ਕਰ ਮੋਹਾਲੀ ਦੇ ਵਿੱਚ ਭੈਣ ਅਨੀਸ਼ਾ ਹੋਣੀ ਉਹਨਾਂ ਦੇ ਪਰਿਵਾਰ ਦੇ ਵਿੱਚ ਖੁਦਾਵੰਦ ਤੁਸੀਂ ਕਿਰਪਾ ਕਰੋ ਖੁਦਾਵੰਦ ਔਰ ਰਸਤਾ ਖੋਲ ਦਿਓ ਵੱਡਾ ਫਜ਼ਲ ਕਰੋ ਪ੍ਰਭੂ ਯਿਸੂ ਮਸੀਹ ਨਾਮ ਦੇ ਵਿੱਚ।